वाहिगुरु जी का खालसा वाहिगुरु जी की फतेह। गुरु प्यारी गुरु सवारी साध संगत जी, आप जी जुड़ चुके हो इस विशेष गुरमत क्लास ਦੇ ਵਿੱਚ, ਜਿਸ ਵਿੱਚ ਆਪਾਂ ਸਤਿਗੁਰਾਂ ਦੀ ਦਇਆ ਸਦਕਾ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੂੰ ਅਸੀਂ ਨਤਮਸਤਕ ਹੁੰਦੇ ਹਾਂ, ਜੋ ਗਿਆਨ ਸਰੂਪ ਸ਼ਬਦ ਸਰੂਪ ਸਾਡੇ ਸਤਿਗੁਰੂ ਹਨ, ਜਿਨ੍ਹਾਂ ਦੇ ਹਜ਼ੂਰ ਸੀਸ ਝੁਕਾ ਕੇ ਅਸੀਂ ਆਪਣੇ ਜੀਵਨ ਜਾਚ ਨੂੰ ਸਿੱਖਦੇ ਹਾਂ, ਉਹਨਾਂ ਦੇ ਬਾਰੇ ਆਪਾਂ ਵਿਸ਼ੇਸ਼ ਜਾਣਕਾਰੀ ਸਾਂਝੀ ਕਰ ਰਹੇ ਹਾਂ। ਵਿਸ਼ੇਸ਼ ਤੌਰ ਤੇ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਕਿਵੇਂ ਇਹ ਪਾਵਨ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਕਿਹੜੀ ਕਿਹੜੀ ਬਾਣੀ ਕਿਸ ਕਿਸ ਸਤਿਗੁਰਾਂ ਦੀ ਹੈ ਤੇ ਕਿੰਨੇ ਕਿੰਨੇ ਇਹਦੇ ਵਿੱਚ ਉਹਨਾਂ ਦੇ ਸ਼ਬਦ ਸ਼ਲੋਕ ਅਸ਼ਟਪਦੀਆਂ ਹਨ। ਫਿਰ ਆਪਾਂ ਨਾਲ ਹੀ ਜਿਹੜੇ ਭਗਤ ਹੋਏ ਹਨ ਉਹਨਾਂ ਦਾ ਜੀਵਨ ਵਿਚਾਰਨਾ ਹੈ, ਤੇ ਜਿੰਨੇ ਗੁਰਸਿੱਖ ਹੋਏ ਹਨ, ਭੱਟ ਸਾਹਿਬਾਨ ਹੋਏ ਹਨ, ਉਹਨਾਂ ਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ। ਸੋ ਆਪ ਸਭ ਸੰਗਤ ਦਾ ਧੰਨਵਾਦ ਜੋ ਆਪ ਜੀ ਇਸ ਵਿਸ਼ੇਸ਼ ਗੁਰਮਤਿ ਕਲਾਸ ਦੇ ਵਿੱਚ ਜੁੜ ਕੇ ਲਾਹਾ ਪ੍ਰਾਪਤ ਕਰ ਰਹੇ ਹੋ ਜੀ। ਸੋ ਸਾਧ ਸੰਗਤ, ਸਤਿਗੁਰਾਂ ਦੀ ਦਇਆ ਨਾਲ ਆਪਾਂ ਇਸ ਕਲਾਸ 'ਚ ਜੋ ਸਤਿਗੁਰਾਂ ਦੀ ਬਾਣੀ ਦੇ ਬਾਰੇ ਵਿਚਾਰ ਕਰ ਰਹੇ ਹਾਂ, ਆਓ ਆਪਾਂ ਕੱਲ੍ਹ ਜਿਹੜੀ ਵਿਚਾਰ ਕੀਤੀ ਹੈ ਟੂਕ ਮਾਤਰ ਲੈ ਕੇ ਫਿਰ ਅੱਗੇ ਚੱਲਣ ਦਾ ਆਪਾਂ ਯਤਨ ਕਰਨਾ ਹੈ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਅੱਜ ਆਪਾਂ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਤੋਂ ਆਰੰਭ ਕਰਨਾ ਹੈ ਕਿ ਸਤਿਗੁਰਾਂ ਦੀ ਕਿੰਨੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ, ਕਿਹੜੇ ਕਿਹੜੇ ਰਾਗ ਦੇ ਵਿੱਚ ਹੈ ਤੇ ਕਿੱਥੇ ਕਿੱਥੇ ਇਹ ਬਾਣੀ ਜਿਹੜੀ ਹੈ ਉਹ ਦਰਜ ਹੈ। ਇਹਦੇ ਬਾਰੇ ਆਪਾਂ ਵਿਚਾਰ ਦੀ ਅੱਜ ਆਰੰਭਤਾ ਕਰਨੀ ਹੈ। ਸੋ ਆਪ ਸਭ ਸੰਗਤ ਜੁੜ ਚੁੱਕੇ ਹੋ, ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਓ ਆਪਾਂ ਇਸ ਕਲਾਸ ਦੀ ਆਰੰਭਤਾ ਕਰਦੇ ਹਾਂ। ਪਹਿਲੋਂ ਆਪਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜੀਵਨ ਥੋੜ੍ਹਾ ਜਿਹਾ ਟੂਕ ਮਾਤਰ ਲੈ ਕੇ ਚੱਲਦੇ ਹਾਂ, ਤਾਂ ਕਿ ਸਾਨੂੰ ਸਤਿਗੁਰਾਂ ਦੇ ਜੀਵਨ ਤੋਂ ਸੇਧ ਮਿਲ ਸਕੇ। ਉਹਨਾਂ ਦੀ ਬਾਣੀ ਦੇ ਵਿੱਚ ਕੀ ਵਿਸ਼ੇਸ਼ਤਾਵਾਂ ਹਨ ਉਹ ਵੀ ਆਪਾਂ ਵਿਚਾਰਾਂਗੇ। ਸੋ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਜੀਵਨ ਬਾਰੇ ਜੇ ਗੱਲ ਕੀਤੀ ਜਾਵੇ ਤੇ ਸਤਿਗੁਰਾਂ ਦਾ ਜਿਹੜਾ ਜੀਵਨ ਹੈ, ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਜੀਵਨ, ਤੇ ਸਤਿਗੁਰਾਂ ਨੇ ਬੜੀਆਂ ਰਹਿਮਤਾਂ ਕੀਤੀਆਂ, ਬੜੀ ਦਇਆ ਕੀਤੀ ਹੈ। ਵਾਹਿਗੁਰੂ। ਸੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਅੰਗਦ ਦੇਵ ਜੀ ਦਾ ਜੀਵਨ ਦੇਖਿਆ ਜਾਵੇ, ਸਤਿਗੁਰਾਂ ਦਾ ਜਨਮ ਮੱਤੇ ਦੀ ਸਰਾਏ ਵਿਖੇ ਹੋਇਆ ਹੈ, ਮੁਕਤਸਰ ਜ਼ਿਲ੍ਹਾ ਹੈ, ਤੇ ਸਤਿਗੁਰੂ ਖਡੂਰ ਸਾਹਿਬ ਦੇ ਵਿੱਚ ਚਲੇ ਗਏ ਹਨ। ਇੱਥੇ ਸਤਿਗੁਰੂ ਜੀ ਰਹੇ ਤੇ ਇਸ ਜਗ੍ਹਾ ਦੇ ਉੱਤੇ ਜਦੋਂ ਭਾਈ ਜੋਧ ਜੀ ਪਾਸੋਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਜਿਨ੍ਹਾਂ ਦਾ ਨਾਮ ਭਾਈ ਲਹਿਣਾ ਹੈ, ਤੇ ਇਹਨਾਂ ਨੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਬਾਣੀ ਹੈ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਉਹ ਸਰਵਣ ਕੀਤੀ ਹੈ ਭਾਈ ਜੋਧ ਜੀ ਪਾਸੋਂ। ਤੇ ਪਤਾ ਲੱਗਾ ਹੈ ਕਿ ਇਹ ਕਿਸ ਦੀ ਬਾਣੀ ਹੈ, ਪੁੱਛਣ ਤੇ ਦੱਸਿਆ ਹੈ ਕਿ ਇਹ ਧੰਨ ਗੁਰੂ ਜਗਤ ਜਲੰਦੇ ਨੂੰ ਤਾਰਨਹਾਰ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ। ਜਦੋਂ ਇਸ ਗੱਲ ਦਾ ਪਤਾ ਲੱਗਾ ਹੈ ਤੇ ਭਾਈ ਲਹਿਣਾ ਜੀ ਨੇ ਮਨ ਬਣਾਇਆ ਹੈ ਕਿ ਮੈਂ ਹੁਣ ਦੇਵੀ ਤੇ ਜਾਣਾ ਹੀ ਆ, ਤੇ ਨਾਲ ਹੀ ਮੈਂ ਰਸਤੇ ਦੇ ਵਿੱਚੋਂ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਵਿਰਾਜਮਾਨ ਹਨ, ਵਾਹਿਗੁਰੂ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਨੇ ਕਿਹਾ ਕਿ ਚਲੋ ਮੈਂ ਜਵਾਲਾ ਜੀ ਜਾਣਾ ਹਰ ਸਾਲ, ਤੇ ਕਿਉਂ ਨਾ ਇਸ ਵਾਰ ਮੈਂ ਜਵਾਲਾ ਜੀ ਦੇ ਦਰਸ਼ਨਾਂ ਦੇ ਸਮੇਂ ਕਰਤਾਰਪੁਰੋਂ ਹੋ ਕੇ ਆਵਾਂ। ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਜਦੋਂ ਆਏ ਆ ਤੇ ਆਪ ਜੀ ਨੇ ਸਾਖੀ ਸਰਵਣ ਕੀਤੀ ਹੈ ਕਿ ਕਿਵੇਂ ਗੁਰੂ ਨਾਨਕ ਸਾਹਿਬ ਆਪ ਅੱਗੇ ਲੈਣ ਆਉਂਦੇ ਆ ਸਤਿਗੁਰਾਂ ਨੂੰ, ਤੇ ਲਿਜਾ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜੋ ਘੋੜੇ ਦੀਆਂ ਵਾਂਗਾਂ ਫੜੀਆਂ ਸਨ, ਤੇ ਉਸੇ ਹੀ ਭਾਈ ਲਹਿਣ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਪ੍ਰੀਖਿਆਵਾਂ ਲਈਆਂ ਹਨ।
ਤੇ ਸਤਿਗੁਰਾਂ ਨੇ ਫਿਰ ਗੁਰਤਾ ਗੱਦੀ ਦੀ ਬਖਸ਼ਿਸ਼ ਭਾਈ ਲਹਿਣਾ ਜੀ ਨੂੰ ਕੀਤੀ ਹੈ। ਫਿਰ ਸਤਿਗੁਰਾਂ ਨੇ ਫੇਰ ਵਸਾਇਆ ਫੇਰ ਵਾਨ ਸਤਿਗੁਰ ਖਾੜੂ ਸਾਹਿਬ ਦੀ ਧਰਤੀ ਦੇ ਉੱਤੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਰਾਜਣਾ ਕੀਤਾ ਹੈ। ਇੱਥੇ ਸਤਿਗੁਰਾਂ ਨੇ ਪੰਗਤ ਅਤੇ ਲੰਗਰ ਦੀ ਪ੍ਰਥਾ ਚਲਾਈ ਹੈ, ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਸੀ। ਮਾਤਾ ਖੀਵੀ ਜੀ ਲੰਗਰ ਦੇ ਵਿੱਚ ਖੀਰ ਬਣਾ ਕੇ ਸੰਗਤਾਂ ਨੂੰ ਛਕਾਉਂਦੇ ਆ, ਤੇ ਇੱਧਰ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਰੂਪੀ ਖੀਰ ਜਿਹੜੀ ਉਹ ਸੰਗਤਾਂ ਨੂੰ ਛਕਾਉਂਦੇ ਆ। ਸਤਿਗੁਰੂ ਜੋ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਸ ਉਪਦੇਸ਼ ਨੂੰ ਸੰਗਤਾਂ ਨੂੰ ਸੁਣਾ ਕੇ ਨਿਹਾਲ ਕਰਦੇ ਆ। ਸੰਗਤ ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੇ ਹਜ਼ੂਰ ਆਉਂਦੀ ਹੈ। ਉਪਦੇਸ਼ ਸੁਣ ਕਰਕੇ ਤੇ ਸਾਰੀ ਸੰਗਤ ਨਿਹਾਲ ਹੁੰਦੀ ਹੈ। ਫਿਰ ਸਾਧ ਸੰਗਤ ਸਤਿਗੁਰਾਂ ਦੀ ਜਿਹੜੀ ਕੁੱਲ ਬਾਣੀ ਹੈ ਉਹ ਸਲੋਕਾਂ ਦੇ ਵਿੱਚ, ਤੇ ਜਿੱਥੋਂ ਤੱਕ ਵਿਦਵਾਨਾਂ ਦਾ ਇਹ ਗੱਲ ਮੰਨਣੀ ਹੈ ਕਿ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੁਰਤਾ ਤੇ ਬਿਰਾਜਮਾਨ ਹੋਏ ਆ, ਤੇ ਇਹ ਜਿਹੜੇ ਸਲੋਕ ਸਤਿਗੁਰਾਂ ਨੇ ਸਿਰਫ ਉਚਾਰਨ ਕੀਤੇ। ਉਹ ਕਿਉਂਕਿ ਜਦੋਂ ਸਿੱਖਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਜਦੋਂ ਸੁਣਦੇ ਸਨ, ਤੇ ਜਦੋਂ ਕੋਈ ਸ਼ੰਕਾ ਮਨ 'ਚ ਆਉਂਦਾ ਸੀ ਸਿੱਖਾਂ ਦੇ, ਫਿਰ ਉਹ ਗੁਰੂ ਅੰਗਦ ਦੇਵ ਜੀ ਨੂੰ ਸਵਾਲ ਕਰਦੇ ਸਨ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਹ ਗੱਲ ਇਸ ਤਰ੍ਹਾਂ ਆਖੀ ਹੈ, ਤੇ ਇਹਦਾ ਸਾਨੂੰ ਨਿਰਣਾ ਕਰਕੇ ਦੱਸੋ। ਤੇ ਉਹ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਸਿੱਖਾਂ ਨੂੰ ਨਿਰਣਾ ਕਰਕੇ ਦੱਸਦੇ ਆ ਕਿ ਸਤਿਗੁਰਾਂ ਨੇ ਇਹ ਗੱਲ ਗੁਰਬਾਣੀ ਦੇ ਵਿੱਚ ਕਿਉਂ ਕੀਤੀ ਹੈ। ਜਿਵੇਂ ਆਪਾਂ ਕੱਲ੍ਹ ਹੀ ਇੱਕ ਉਦਾਹਰਨ ਲਈ ਸੀ ਕਿ ਜਿਵੇਂ ਸਤਿਗੁਰਾਂ ਨੇ ਕਿਹਾ ਸੀ, ਬਲਿਹਾਰੇ ਗੁਰੇ ਆਪਣੇ ਦਿਵਹਾੜੀ ਸਤਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਨਾਨਕ ਸਾਹਿਬ ਨੇ ਕਿਹਾ ਹੈ। ਤੇ ਫਿਰ ਗੁਰੂ ਅੰਗਦ ਸਾਹਿਬ ਜੀ ਨੇ ਵੀ ਨਾਲ ਹੀ ਸਲੋਕ ਉਚਾਰਨ ਕੀਤਾ ਹੈ, ਜੇ ਸੌ ਚੰਦਾ ਉਗਵੇ ਸੂਰ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਹ ਸਤਿਗੁਰਾਂ ਦਾ ਸਲੋਕ ਹੈ। ਉੱਪਰਲੇ ਸਲੋਕ ਦੀ ਵਿਆਖਿਆ ਇਹ ਸਲੋਕ ਕਰ ਰਿਹਾ। ਇਸ ਤਰ੍ਹਾਂ ਆਪਾਂ ਇਹ ਲੈ ਸਕਦੇ ਹਾਂ ਕਿ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਹੈ, ਉਸੇ ਹੀ ਬਾਣੀ ਨੂੰ ਗੁਰੂ ਸਾਹਿਬ ਨੇ ਜਿਹੜਾ ਵਿਆਖਿਆ ਰੂਪ ਦਿੱਤਾ। ਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਇਹ ਸਲੋਕ ਜਿਹੜੇ ਬਖਸ਼ਿਸ਼ ਕੀਤੇ ਹਨ ਉਹ ਵੇਖੀਏ ਆਪਾਂ ਕਿਹੜੇ ਰਾਗ 'ਚ ਕਿੰਨੇ ਸਲੋਕ ਹਨ ਅਤੇ ਇਹ ਕਿੰਨੇ ਟੋਟਲ ਬਣਦੇ ਹਨ। ਮੈਂ ਆਪ ਜੀ ਨਾਲ ਸਕਰੀਨ ਸ਼ੇਅਰ ਕਰ ਦੇਵਾਂ ਤਾਂ ਕਿ ਆਪ ਜੀ ਵਿਸ਼ੇ ਨਾਲ ਜੁੜੇ ਰਹੋ। ਹਾਂਜੀ ਬਾਈ, ਹਾਂਜੀ ਸਾਧ ਸੰਗਤ ਜੀ, ਆਪ ਜੀ ਦੀ ਸਕਰੀਨ ਉੱਪਰ ਹੈ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ। ਸਤਿਗੁਰਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿਰਫ 63 ਸਲੋਕ ਹਨ। 63 ਸਲੋਕਾਂ ਦੀ ਗਿਣਤੀ ਹੈ। ਸ੍ਰੀ ਰਾਗ ਦੇ ਵਿੱਚ, ਸ੍ਰੀ ਰਾਗ ਦੀ ਜੋ ਵਾਰ ਹੈ, ਇਸ ਰਾਗ ਦੇ ਵਿੱਚ 2 ਸਲੋਕ ਹਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ। ਫਿਰ ਉਸ ਤੋਂ ਬਾਅਦ ਮਾਝ ਕੀ ਵਾਰ, ਇਹਦੇ ਵਿੱਚ 12 ਸਲੋਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਨ। ਆਸਾ ਕੀ ਵਾਰ ਦੇ ਵਿੱਚ 15 ਸਲੋਕ ਗੁਰੂ ਸਾਹਿਬ ਦੇ ਹਨ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ। ਫਿਰ ਸੋਰਠ ਕੀ ਵਾਰ ਦੇ ਵਿੱਚ 1 ਸਲੋਕ ਹੈ। ਸੂਹੀ ਦੀ ਵਾਰ ਦੇ ਵਿੱਚ 11 ਸਲੋਕ ਹਨ। ਰਾਮਕਲੀ ਕੀ ਵਾਰ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ 7 ਸਲੋਕ ਹਨ। ਮਾਰੂ ਕੀ ਵਾਰ ਵਿੱਚ 1 ਸਲੋਕ ਹੈ। ਸਾਰੰਗ ਕੀ ਵਾਰ ਦੇ ਵਿੱਚ 9 ਸਲੋਕ ਹਨ। ਮਲਾਰ ਕੀ ਵਾਰ ਦੇ ਵਿੱਚ 5 ਸਲੋਕ ਹਨ। ਸੋ ਇਹਨਾਂ ਦੀ ਸਾਰੀ ਟੋਟਲ ਗਿਣਤੀ ਜਿਹੜੀ ਹੈ ਉਹ 63 ਬਣਦੀ ਹੈ। ਸੋ ਆਪ ਜੀ ਨੋਟ ਕਰ ਲਓ, ਇਹ ਵਾਰਾਂ ਦੇ ਉੱਪਰ ਜੋ ਗੁਰੂ ਅੰਗਦ ਦੇਵ ਜੀ ਨੇ ਰਚੇ ਸਨ ਨਾ ਸਲੋਕ। ਕੱਲ ਆਪਾਂ ਗੱਲ ਕੀਤੀ ਸੀ, ਜਿਸ ਵਾਰ ਦੀਆਂ ਪੌੜੀਆਂ ਹੋਣ ਉਸੇ ਹੀ ਸਤਿਗੁਰਾਂ ਦੀ ਉਹ ਵਾਰ ਹੁੰਦੀ ਹੈ। ਇਸ ਕਰਕੇ ਇਹ ਸਲੋਕ ਸਿਰਫ ਦਰਜ ਹਨ, ਸਤਿਗੁਰਾਂ ਦੀ ਵਾਰ ਨਹੀਂ ਹੈ ਕੋਈ। ਸਲੋਕ ਹਨ ਸ੍ਰੀ ਰਾਗ ਦੇ ਵਿੱਚ ਜੋ ਵਾਰ ਉਚਾਰਨ ਕੀਤੀ ਹੈ, ਉਹਦੇ ਵਿੱਚ 2 ਸਲੋਕ। ਮਾਝ ਦੀ ਵਾਰ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਹੈ ਉਹਦੇ ਨਾਲ 12 ਸਲੋਕ ਹਨ। ਫਿਰ ਆਸਾ ਕੀ ਵਾਰ ਦੇ ਵਿੱਚ ਸਤਿਗੁਰਾਂ ਦੇ 15, ਸੋਰਠ ਕੀ ਵਾਰ ਦੇ ਵਿੱਚ 1, ਸੂਹੀ ਵਾਰ ਦੇ ਵਿੱਚ 11, ਰਾਮਕਲੀ ਵਾਰ ਦੇ ਵਿੱਚ 7, ਮਾਰੂ ਕੀ ਵਾਰ ਦੇ ਵਿੱਚ 1 ਸਲੋਕ ਹੈ।
ਸਾਰੰਗੀ ਵਾਰ ਦੇ ਵਿੱਚ 9 ਸ਼ਲੋਕ ਹਨ ਤੇ ਮਲਾਰ ਕੀ ਵਾਰ ਦੇ ਵਿੱਚ 5 ਸ਼ਲੋਕ ਹਨ। 63 ਸ਼ਲੋਕ ਇਹ ਕੁੱਲ ਬਣਦੇ ਆ। ਸਤਿਗੁਰਾਂ ਦਾ ਜੇ ਸ਼ਲੋਕ ਆਪ ਜੀ ਨੂੰ ਪੜ੍ਹਨ ਦੇ ਵਿੱਚ ਲੱਗੇ, ਜੋ ਦਾਸ ਨੂੰ ਬੜਾ ਹੀ ਸੁੰਦਰ ਸ਼ਲੋਕ ਲੱਗਦਾ, ਕੰਨਾਂ ਬਾਝੋਂ ਹੱਥਾਂ ਬਾਝੋਂ ਚੱਲਣਾ, ਅੱਖੀ ਬਾਝੋਂ ਵੇਖਣਾ, ਬਿਨ ਕੰਨਾਂ ਸੁਣਨਾ। ਇਹ ਸ਼ਲੋਕ ਬੜਾ ਸੁੰਦਰ ਹੈ। ਕਿਤੇ ਆਪ ਜੀ ਨੇ ਪੜ੍ਹਨਾ ਕਿ ਜੀਵਨ ਦੇ ਵਿੱਚ ਕਿਵੇਂ ਚੱਲਿਆ ਜਾ ਸਕਦਾ ਗੁਰੂ ਦਾ ਉਪਦੇਸ਼ ਲੈ ਕੇ। ਅੱਖਾਂ ਬਾਝੋਂ ਵੇਖਣਾ, ਬਿਨ ਕੰਨਾਂ ਸੁਣਨਾ, ਬਿਨਾਂ ਕੰਨਾਂ ਤੋਂ ਜਿਹੜਾ ਹੈ ਸੁਣਨਾ ਤੇ ਅੱਖਾਂ ਤੋਂ ਬਿਨਾਂ ਜਿਹੜਾ ਵੇਖਣਾ ਹੈ। ਇਹ ਸਤਿਗੁਰਾਂ ਦਾ ਬੜਾ ਪਿਆਰਾ ਸ਼ਲੋਕ ਹੈ। ਜੇ ਆਪ ਜੀ ਨੂੰ ਪੜ੍ਹਨ ਦੇ ਲਈ ਮਿਲੇ ਤੇ ਆਪ ਜ਼ਰੂਰ ਇਹਨੂੰ ਸਰਚ ਕਰਕੇ ਪੜ੍ਹਨ ਦਾ ਯਤਨ ਕਰਨਾ। ਬੜਾ ਸੁੰਦਰ ਸਤਿਗੁਰਾਂ ਨੇ ਇਸ ਸ਼ਲੋਕ ਦੇ ਵਿੱਚ ਜਿਹੜੀ ਹੈ ਬਖਸ਼ਿਸ਼ ਕੀਤੀ ਹੈ। ਸੋ ਇਹ ਨਾ ਜਿਹੜਾ ਸ਼ਲੋਕ ਹੈ ਸ੍ਰੀ ਰਾਗ ਕੀ ਵਾਰ ਦੇ ਵਿੱਚ, ਸੋ ਆਪਾਂ ਇਹ ਸਾਰੀ ਗੱਲਬਾਤ ਕਰ ਚੁੱਕੇ ਹਾਂ। ਤੇ ਇੱਕ ਸ਼ਲੋਕ ਸਤਿਗੁਰਾਂ ਦਾ ਹੋਰ ਬੜਾ ਸੁੰਦਰ ਹੈ, ਜਿਤ ਪਿਆਰੇ ਸਿਉ ਨੇਹੋ ਕਿਸੇ ਆਗੇ ਮਰ ਚਲੀਏ। ਇਹ ਸ੍ਰੀ ਰਾਗ ਕੀ ਜਿਹੜੀ ਵਾਰ ਦਾ ਪਹਿਲਾ ਸ਼ਲੋਕ ਹੈ। ਸਭ ਤੋਂ ਪਹਿਲਾਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਤ ਪਿਆਰੇ ਸਿਉ ਨੇਹੋ ਵਾਹਿਗੁਰੂ, ਜਿਸ ਪਿਆਰੇ ਸਿਉ ਨੇਹੋ ਕਿਸੇ ਆਗੇ ਮਰ ਚਲੀਏ, ਧ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀਵਨ। ਇਹ ਸਤਿਗੁਰਾਂ ਦਾ ਪਾਵਨ ਉਪਦੇਸ਼ ਹੈ। ਸੋ ਇਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਹੈ। 63 ਸ਼ਲੋਕ ਹਨ। ਸੋ ਅੱਗੇ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਬਾਰੇ ਆਪਾਂ ਥੋੜ੍ਹੀ ਜਿਹੀ ਵਿਚਾਰ ਕਰਕੇ ਤੇ ਫਿਰ ਆਪਾਂ ਉਹਨਾਂ ਦੀ ਬਾਣੀ ਦੀ ਚਰਚਾ ਕਰਾਂਗੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੁੜਮ ਲੱਗਦੇ ਹਨ ਰਿਸ਼ਤੇ ਦੇ ਵਿੱਚ। ਪਰ ਜਦੋਂ ਇੱਕ ਉਪਦੇਸ਼ ਸੁਣਿਆ ਹੈ ਕਿਸੇ ਸਾਧੂ ਦੇ ਕੋਲੋਂ, ਆਪਣੇ ਨਾਲ ਆਏ ਕਰੋ, ਉਹਨੇ ਬਚਨ ਮਾਰਿਆ ਹੈ ਕਿ ਭਾਈ ਮੈਂ ਤੇਰੇ ਹੱਥ ਦਾ ਖਾ ਲਿਆ ਤੇ ਤੂੰ ਤੇ ਜਿਹੜਾ ਹੈ ਮੇਰਾ ਜੀਵਨ ਹੀ ਖਰਾਬ ਕਰ ਦਿੱਤਾ, ਤੇਰੇ ਹੱਥੋਂ ਪ੍ਰਸ਼ਾਦਾ ਛਕ ਕੇ ਮੇਰਾ ਜੀਵਨ ਖਰਾਬ ਹੋ ਗਿਆ। ਇਹ ਗੱਲ ਸੁਣੀ ਹੈ ਤੇ ਕੰਨਾਂ 'ਚ ਆਵਾਜ਼ ਪਈ ਹੈ, ਮਾਰੂ ਮਹੱਲਾ ਪਹਿਲਾ, ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤੇ ਤਲਾਗ ਰਹੀ, ਕੋਇਲੇ ਪਾਪ ਪੜੇ ਤਿਸੀ ਉੱਪਰ ਮਨ ਜਲਿਆ, ਸੰਨੀ ਚਿੰਤ ਪਈ। ਆਵਾਜ਼ ਪਈ ਹੈ ਕੰਨਾਂ ਦੇ ਵਿੱਚ ਤੇ ਮਨ ਬੜਾ ਉਦਾਸ ਹੈ। ਜਦੋਂ ਜਾਂਦੇ ਇਸ ਪਾਸੇ ਨੂੰ ਤੇ ਦੇਖਦੇ ਆ ਕਿ ਜੋ ਭਰਾ ਦੇ ਘਰ ਦੀ ਨੌਂ ਹੈ, ਭਾਵ ਭਰਾ ਦੀ ਪੁੱਤਰ ਨੂੰ ਵਿਆਹੀ ਹੋਈ ਜਿਹੜੀ ਲੜਕੀ ਹੈ, ਉਹ ਇਹ ਸ਼ਬਦ ਉਚਾਰਨ ਕਰ ਰਹੀ ਹੈ। ਜਾ ਕੇ ਕਿਹਾ, ਪੁੱਤਰੀ ਕੀ ਉਚਾਰਨ ਕਰਦੀ ਪਈ ਆ, ਕੀ ਬੋਲਦੀ ਪਈ ਆ? ਉਹਨੇ ਕਿਹਾ ਜੀ ਇਹ ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ। ਤੇ ਉਹਨਾਂ ਕਿਹਾ ਕਿ ਬੜਾ ਸੁੰਦਰ ਉਪਦੇਸ਼ ਹੈ, ਅਰਥ ਕਰਕੇ ਦੱਸ। ਇਸ ਮਾਰੂ ਸ਼ਲੋਕ ਦੇ ਅਰਥ ਕੀਤੇ ਹਨ ਇਸ ਸ਼ਬਦ ਦੇ ਸਾਰੇ ਦੇ। ਮਾਰੂ ਮਹੱਲਾ ਪਹਿਲਾ, ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸੀ ਉੱਪਰ ਮਨ ਜਲਿਆ, ਸੰਨੀ ਚਿੰਤ ਭਈ। ਜਦੋਂ ਇਹ ਸਾਰਾ ਉਪਦੇਸ਼ ਸੁਣਾਇਆ ਹੈ ਤੇ ਮਨ ਨੂੰ ਬੜੀ ਸ਼ਾਂਤੀ ਆਈ ਹੈ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਹੈ ਕਿ ਪੁੱਤਰ ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਚਾਹੁੰਦਾ, ਜਿਨ੍ਹਾਂ ਦੀ ਬਾਣੀ ਸੁਣਨ ਦੇ ਮਾਤਰ ਦੇ ਨਾਲ ਮੇਰੇ ਮਨ 'ਚ ਇੰਨਾ ਧਰਵਾਸ ਆਇਆ, ਉਹ ਸਤਿਗੁਰੂ ਮਿਲਦੇ, ਉਸ ਸਤਿਗੁਰੂ ਨੂੰ ਮਿਲਦੇ ਨਾਲ ਕਿੰਨਾ ਮਨ ਜਿਹੜਾ ਉਹ ਸੀਤਲ ਹੋਵੇਗਾ। ਤੇ ਬੱਚੀ ਨੇ ਕਿਹਾ ਹੈ ਕਿ ਪਿਤਾ ਜੀ ਇਸ ਸਮੇਂ ਗੁਰੂ ਨਾਨਕ ਸਾਹਿਬ ਜੀ ਤੇ ਨਹੀਂ ਹਨ, ਪਰ ਸਰੀਰ ਕਰਕੇ ਉਹ ਨਹੀਂ ਹਨ, ਉਹਨਾਂ ਦੀ ਜਗ੍ਹਾ ਦੇ ਉੱਤੇ ਮੇਰੇ ਪਿਤਾ ਜੀ ਬਿਰਾਜਮਾਨ ਹਨ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ। ਤੇ ਕਹਿੰਦੇ ਕਿ ਮੈਨੂੰ ਹੁਣੇ ਹੀ ਆਪਣੇ ਪਿਤਾ ਜੀ ਦੇ ਕੋਲ ਦਰਸ਼ਨ ਕਰਨ ਵਾਸਤੇ ਲੈ ਕੇ ਜਾਓ। ਲੈ ਕੇ ਗਏ ਹਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਦੇ ਵਿੱਚ। ਉੱਥੇ ਜਾ ਕੇ ਨਮਸਕਾਰ ਕੀਤੀ ਹੈ ਤੇ ਗੱਲ ਕਹੀ ਹੈ ਕਿ ਅੱਜ ਮੈਂ ਕੁੜਮ ਦਾ ਰਿਸ਼ਤਾ ਨਹੀਂ ਨਿਭਾਉਣ ਆਇਆ, ਮੈਂ ਅੱਜ ਇੱਕ ਸਿੱਖ ਦਾ ਰਿਸ਼ਤਾ ਨਿਭਾਉਣਾ ਹੈ, ਕਿਰਪਾ ਕਰਕੇ ਚੱਲਣੀ ਦਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੇਵਾ ਦਿੱਤੀ ਹੈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬਜ਼ੁਰਗ ਅਵਸਥਾ ਦੇ ਵਿੱਚ ਸੇਵਾ ਕਰਦੇ ਰਹੇ। 12 ਸਾਲ ਸਤਿਗੁਰਾਂ ਨੇ ਲਗਾਤਾਰ ਸੇਵਾ ਕੀਤੀ ਹੈ। ਗਾਗਰ ਪਾਣੀ ਦੀ ਭਰ ਕੇ ਲੈ ਕੇ ਆਉਣੀ, ਬਿਆਸ ਦਰਿਆ ਦੇ ਵਿੱਚੋਂ ਸਤਿਗੁਰਾਂ ਦਾ ਇਸ਼ਨਾਨ ਕਰਾਉਣਾ, ਫਿਰ ਉਸ ਤੋਂ ਬਾਅਦ ਮਾਤਾ ਖੀਵੀ ਜੀ ਪਾਸੋਂ ਸਤਿਗੁਰਾਂ ਦੇ ਕੱਪੜੇ ਧੋਣ ਦੀ ਸੇਵਾ ਵੀ ਲੈ ਲਈ ਸੀ ਗੁਰੂ ਸਾਹਿਬ ਨੇ। ਕੱਪੜੇ ਧੋਣ ਦੀ ਸੇਵਾ ਸਤਿਗੁਰਾਂ ਦੀ ਆਪ ਕਰਨੀ। ਫਿਰ ਵਿਹਲਾ ਸਮਾਂ ਹੋਣਾ ਤੇ ਨੇੜੇ ਹੀ ਗੁਰਦੁਆਰਾ ਅੰਗੀਠਾ ਸਾਹਿਬ ਦੇ ਨੇੜੇ ਇਹਨਾਂ ਦਾ ਸਥਾਨ ਹੈ, ਉਸ ਜਗ੍ਹਾ ਦੇ ਉੱਤੇ ਬੈਠ ਕੇ ਸਤਿਗੁਰੂ ਜੀ ਸਿਮਰਨ ਦੇ ਵਿੱਚ ਜੁੜ ਜਾਇਆ ਕਰਦੇ। ਨਿੱਤਾ ਪ੍ਰਤੀ ਇਹੋ ਕਾਰਜ ਸੀ, ਸਤਿਗੁਰਾਂ ਨੂੰ ਸਵੇਰੇ ਇਸ਼ਨਾਨ ਕਰਾਉਣਾ, ਵਸਤਰ ਸਤਿਗੁਰਾਂ ਦੇ ਸਵੱਛ ਕਰਨੇ, ਸਾਫ਼ ਕਰਨੇ, ਧੋ ਕੇ ਪਹਿਨਾਉਣੇ। ਫਿਰ ਉਸ ਤੋਂ ਬਾਅਦ ਵਿਹਲੇ ਸਮੇਂ ਟਿਕ ਜਾਣਾ, ਬਾਣੀ ਪੜ੍ਹਨ ਲੱਗ ਪੈਣੀ, ਸ਼ਬਦ ਦੇ ਵਿੱਚ ਸਿਮਰਨ 'ਚ ਜੁੜ ਜਾਣਾ। ਇਸੇ ਤਰ੍ਹਾਂ ਦਿਨ ਬੀਤਦਾ ਹੈ। ਇੱਕ ਦਿਨ ਐਸਾ ਆਉਂਦਾ ਹੈ 12 ਸਾਲਾਂ ਬਾਅਦ
ਸਤਿਗੁਰੂ ਪਾਣੀ ਭਰ ਕੇ ਲੈ ਕੇ ਆ ਰਹੇ ਬਿਆਸ ਦਰਿਆ ਦੇ ਵਿੱਚੋਂ ਇਸ਼ਨਾਨ ਕਰਾਉਣ ਵਾਸਤੇ। ਹਨੇਰਾ ਬਹੁਤ ਹੈ, ਠੰਡ ਬਹੁਤ ਹੈ, ਤੇ ਰਸਤੇ 'ਚ ਇੱਕ ਜੁਲਾਹੇ ਦੀ ਖੱਡੀ ਨਾਲ ਪੈਰ ਅੜਦਾ ਹੈ ਤੇ ਉੱਥੇ ਡਿੱਗਣ ਲੱਗਦੇ ਆ। ਤੇ ਉਸ ਸਮੇਂ ਫਿਰ ਜਿਹੜੀ ਜੁਲਾਹੀ ਹੈ ਉਹ ਬਚਨ ਮਾੜੇ ਕਹਿ ਦਿੰਦੀ ਹੈ ਕਿ ਇਹ ਤੇ ਕੋਈ ਅਮਰੂ ਨਿਥਾਵਾ ਹੀ ਹੋਣਾ, ਜਿਹਨੂੰ ਥਾਂ ਨਹੀਂ ਹੈਗੀ। ਤੇ ਸਤਿਗੁਰੂ ਬਚਨ ਨਾਲ ਹੀ ਕਰ ਦਿੰਦੇ ਆ ਕਿ ਝੱਲੀਏ ਮੈਂ ਨਿਥਾਵਾ ਨਹੀਂ, ਮੇਰਾ ਥਾਂ ਗੁਰੂ ਅੰਗਦ ਹੈ। ਝੱਲੀ ਸ਼ਬਦ ਕਹਿਣ ਦੇ ਨਾਲ ਹੀ ਉਹਨੂੰ ਕਮਲ ਹੋ ਜਾਂਦਾ ਹੈ। ਉਹ ਜੁਲਾਹਾ ਜਿਹੜਾ ਹੈ ਆਪਣੀ ਪਤਨੀ ਨੂੰ ਲੈ ਕੇ ਉੱਥੇ ਆਉਂਦਾ ਹੈ ਸਤਿਗੁਰਾਂ ਦੇ ਕੋਲ, ਗੁਰੂ ਅੰਗਦ ਦੇਵ ਜੀ ਮਹਾਰਾਜ ਕੋਲ। ਤੇ ਗੁਰੂ ਸਾਹਿਬ ਉਹਦਾ ਝੱਲ ਠੀਕ ਕਰਦੇ ਆ। ਉਪਰੰਤ ਬਚਨ ਕਰਦੇ ਆ ਕਿ ਭਾਈ ਤੂੰ ਹੁਣ ਜੋਗ ਹੋ ਗਿਆ ਇਸ ਗੁਰਤਾ ਦੇ। ਸਤਿਗੁਰੂ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ 'ਤੇ ਬਿਠਾ ਕੇ ਧੰਨ ਗੁਰੂ ਵਾਹਿਗੁਰੂ ਧੰਨ ਬਾਬਾ ਬੁੱਢਾ ਜੀ ਪਾਸੋਂ ਸਤਿਗੁਰਾਂ ਦੇ ਮਸਤਕ ਤੇ ਤਿਲਕ ਲਗਾ ਕੇ ਪਰਿਕਰਮਾ ਕਰਕੇ ਸਤਿਗੁਰੂ ਨਮਸਕਾਰ ਕਰਦੇ ਆ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੀਸਰਾ ਗੁਰੂ ਹੋਣ ਦਾ ਜਿਹੜਾ ਉਹ ਵਰ ਪ੍ਰਾਪਤ ਹੁੰਦਾ ਹੈ। ਤੀਸਰੇ ਗੁਰੂ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਮਹਾਰਾਜ ਹੁੰਦੇ ਆ। ਸਤਿਗੁਰਾਂ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਾ ਕਰਕੇ ਆਸਣ ਲਾਇਆ ਹੈ। ਇੱਥੇ ਸਤਿਗੁਰਾਂ ਨੇ ਸਿੱਖਾਂ ਦੇ ਵਿੱਚ ਦ੍ਰਿੜ ਕੀਤਾ ਹੈ ਨਾਮ ਨੂੰ, ਬਾਣੀ ਨੂੰ, ਭਜਨ ਨੂੰ, ਸਿਮਰਨ ਨੂੰ। ਇਹ ਗੋਇੰਦਵਾਲ ਦੀ ਉਹ ਧਰਤੀ ਹੈ ਜਿੱਥੇ ਵੱਡੇ ਪੱਧਰ ਦੇ ਉੱਤੇ ਸਿੱਖ ਸੰਗਤ ਜੁੜਦੀ ਹੈ। ਇਸ ਜਗ੍ਹਾ ਦੇ ਉੱਤੇ ਸੰਗਤ ਜੁੜਦੀ ਹੈ। ਵਿਸਾਖੀ ਦਾ ਮੇਲਾ ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਸੀ। ਇਤਿਹਾਸ ਕਹਿੰਦੇ ਆ, ਇਤਿਹਾਸਕਾਰ ਕਿ ਇੱਥੇ ਵਿਸਾਖੀ ਤੇ ਦੀਵਾਲੀ ਦਾ ਪੁਰਬ ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਸੀ। ਫਿਰ ਇਸ ਜਗ੍ਹਾ ਦੇ ਉੱਤੇ ਸਤਿਗੁਰਾਂ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ, ਬਾਉਲੀ ਦਾ ਨਿਰਮਾਣ ਕਰਾਇਆ। ਨਾਲ ਹੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਜੋ ਬਾਣੀ ਹੈ ਇਹਦੇ ਵਿੱਚ ਸਤਿਗੁਰਾਂ ਨੇ ਕਰਮ ਕਾਂਡਾਂ ਨੂੰ ਬਿਲਕੁਲ ਹੀ ਨਕਾਰਿਆ ਹੈ। ਸਤਿਗੁਰਾਂ ਨੇ ਕਿਹਾ ਭਾਈ ਕਰਮ ਕਾਂਡਾਂ ਤੋਂ ਛੁੱਟ ਕੇ ਇੱਕ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜੋ। ਸਤਿਗੁਰਾਂ ਦੀ ਜ਼ਿਆਦਾਤਰ ਬਾਣੀ ਕਰਮ ਕਾਂਡਾਂ ਤੇ ਸਿੱਧੀ ਚੋਟ ਮਾਰਦੀ ਹੈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ। ਸਤਿਗੁਰਾਂ ਨੇ ਸਤੀ ਪ੍ਰਥਾ ਦਾ ਡਟ ਕੇ ਵਿਰੋਧ ਕੀਤਾ। ਸਤੀਆਂ ਇਹ ਨਾ ਆਖੀਆਂ ਜੋ ਮੜਿਆ ਲੱਗ ਜਰਨ, ਇਹੋ ਜਿਹੇ ਸ਼ਬਦ ਉਚਾਰਨ ਕਰਕੇ ਪਰਦਾ ਪ੍ਰਥਾ ਦਾ ਸਤਿਗੁਰਾਂ ਨੇ ਅੰਤ ਕੀਤਾ ਹੈ। ਪਰਦਾ ਪ੍ਰਥਾ ਨੂੰ ਖਤਮ ਕੀਤਾ ਹੈ। ਤੀਰਥਾਂ ਦਾ ਸਤਿਗੁਰਾਂ ਨੇ ਵਿਰੋਧ ਕੀਤਾ ਹੈ ਕਿ ਭਾਈ ਤੀਰਥ ਤੇ ਨਹੀਂ ਜਾਣਾ ਚਾਹੀਦਾ, ਜਿਹੜਾ ਨਾਮ ਗੁਰੂ ਦਾ ਉਹੀ ਤੀਰਥ ਹੈ। ਇਸ ਤਰ੍ਹਾਂ ਸਤਿਗੁਰੂ ਦੇਖੋ ਆਪ ਤੀਰਥਾਂ ਤੇ ਜਾਂਦੇ ਰਹੇ ਆ, ਪਰ ਤੀਰਥਾਂ ਦਾ ਵਿਰੋਧ ਵੀ ਸਤਿਗੁਰਾਂ ਨੇ ਕੀਤਾ ਹੈ। ਉਹਨਾਂ ਨੂੰ ਪਤਾ ਲੱਗ ਗਿਆ ਕਿ ਜੀਵਨ ਦੇ ਵਿੱਚ ਤੀਰਥ ਹੀ ਸਤਿਗੁਰੂ ਨਹੀਂ, ਅਸਲ ਦੇ ਵਿੱਚ ਗੁਰੂ ਹੀ ਤੀਰਥ ਹੈ। ਇੱਥੋਂ ਤੱਕ ਸਤਿਗੁਰਾਂ ਨੇ ਕਹਿ ਦਿੱਤਾ ਆਪਣੀ ਬਾਣੀ ਦੇ ਅੰਦਰ ਕਿ ਜਿਹੜਾ ਗੁਰੂ ਹੈ, ਜਿਸ ਮਨੁੱਖ ਨੇ ਜੀਵਨ ਦੇ ਵਿੱਚ ਗੁਰੂ ਧਾਰਨ ਕਰ ਕੀਤਾ, ਸਤਿਗੁਰਾਂ ਨੇ ਕਿਹਾ ਉਹਦਾ ਨਾਮ ਬੁਰਾ, ਉਹਦਾ ਨਾਮ ਹੀ ਮਾੜਾ ਹੈ। ਨਿਗੁਰੇ ਕਾ ਹੈ ਨਾਮ ਬੁਰਾ, ਇਸ ਤਰ੍ਹਾਂ ਸਤਿਗੁਰਾਂ ਨੇ ਆਪਣੀ ਬਾਣੀ ਵਿੱਚ ਕਿਹਾ ਹੈ, ਕਿਉਂਕਿ ਸਤਿਗੁਰਾਂ ਨੇ ਆਪ ਵੀ ਗੁਰੂ ਧਾਰਨ ਕੀਤਾ। ਇਸ ਤਰ੍ਹਾਂ ਸਤਿਗੁਰੂ ਦੀ ਕ੍ਰਾਂਤੀਕਾਰੀ ਬਾਣੀ ਸੀ। ਉਸ ਸਮੇਂ ਇਤਿਹਾਸ ਇਹ ਵੀ ਕਹਿੰਦਾ ਹੈ ਕਿ ਬਹੁਤ ਸਾਰੇ ਮੁਸਲਮਾਨ ਲੋਕ ਜਿਹੜੇ ਸੀ ਉਹ ਵੀ ਸਿੱਖ ਧਰਮ ਅਪਣਾਉਣ ਲੱਗ ਪਏ ਸੀ। ਇੰਨੀ ਵਡਿਆਈ ਸਤਿਗੁਰਾਂ ਦੀ ਸੀ, ਧੰਨ ਗੁਰੂ ਅਮਰਦਾਸ ਮਹਾਰਾਜ ਦੀ। ਤੇ ਸਤਿਗੁਰਾਂ ਦੇ ਵੀ ਬਹੁਤ ਜ਼ਿਆਦਾ ਸਲੋਕ ਹਨ। ਸਲੋਕ ਇਸ ਕਰਕੇ ਹਨ ਕਿਉਂਕਿ ਉਸ ਸਮੇਂ ਸਿੱਖਾਂ ਦੇ ਮਨ 'ਚ ਕਾਫੀ ਸ਼ੰਕੇ ਸਨ, ਤੇ ਉਹਨਾਂ ਸ਼ੰਕਿਆਂ ਨੂੰ ਨਿਵਰਤ ਕਰਨ ਵਾਸਤੇ ਧੰਨ ਗੁਰੂ ਅਮਰਦਾਸ ਮਹਾਰਾਜ ਜਿਵੇਂ ਸਿੱਖ ਬੈਠੇ ਹੁੰਦੇ ਆ ਤੇ ਕੋਈ ਸਵਾਲ ਕਰ ਦਿੰਦਾ, ਫਿਰ ਸਲੋਕ ਮਾਤਰ ਦੇ ਵਿੱਚ ਉਚਾਰ ਕੇ ਸਿੱਖ ਨੂੰ ਸਤਿਗੁਰੂ ਉਪਦੇਸ਼ ਦੇ ਦਿੰਦੇ ਸਨ। ਇਸ ਕਰਕੇ ਸਤਿਗੁਰਾਂ ਦੇ ਸਭ ਤੋਂ ਵੱਧ ਸਲੋਕ ਹਨ। ਸੋ ਸਤਿਗੁਰਾਂ ਦੀ ਜਿਹੜੀ ਬਾਣੀ ਹੈ, ਕਿੰਨੀ ਹੈ ਬਾਣੀ ਸਤਿਗੁਰਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹਦੇ ਬਾਰੇ ਆਪਾਂ ਜਿਹੜੀ ਹੈ ਉਹ ਵਿਚਾਰ ਕਰੀਏ। ਮੈਂ ਆਪ ਜੀ ਨਾਲ ਸਕਰੀਨ ਜਿਹੜੀ ਹੈ ਸ਼ੇਅਰ ਕਰ ਦੇਵਾਂ। ਹਾਂਜੀ, ਤੀਸਰੇ ਪਾਤਸ਼ਾਹ ਜੀ ਦੀ ਜੋ ਬਾਣੀ ਹੈ ਉਹ ਆਪ ਜੀ ਦੀ ਸਕਰੀਨ ਉੱਪਰ ਸਾਧ ਸੰਗਤ ਆ ਗਈ ਹੈ, ਆਪ ਜੀ ਦੇਖ ਸਕਦੇ ਹੋ। ਹਾਂਜੀ, ਸਤਿਗੁਰਾਂ ਦੀ 17 ਰਾਗਾਂ ਦੇ ਵਿੱਚ ਬਾਣੀ ਹੈ। ਕਿਹੜੇ ਕਿਹੜੇ ਰਾਗ ਹਨ? ਸ੍ਰੀ ਰਾਗ ਪਹਿਲਾ ਹੈ। ਇਸ ਸ੍ਰੀ ਰਾਗ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ 31 ਸ਼ਬਦ ਹਨ। ਪਾਤਸ਼ਾਹ ਦੇ 8 ਅਸ਼ਟਪਦੀਆਂ ਹਨ ਤੇ ਸ਼ੰਤ ਇਹਦੇ ਵਿੱਚ ਕੋਈ ਨਹੀਂ ਹੈ। ਫਿਰ ਮਾਝ ਰਾਗ ਹੈ, ਸ਼ਬਦ ਕੋਈ ਨਹੀਂ ਹੈ, 32 ਅਸ਼ਟਪਦੀਆਂ ਗੁਰੂ ਸਾਹਿਬ ਨੇ ਉਚਾਰਨ ਕੀਤੀ ਹੈ। ਗੌੜੀ ਰਾਗ ਦੇ ਵਿੱਚ 18 ਸ਼ਬਦ, 9 ਅਸ਼ਟਪਦੀਆਂ, 5 ਸ਼ਬਦ ਹਨ। ਆਸਾ ਰਾਗ ਵਿੱਚ 13 ਸ਼ਬਦ, 15 ਅਸ਼ਟਪਦੀਆਂ ਤੇ 2 ਸ਼ਬਦ ਹਨ। ਗੁਜਰੀ ਰਾਗ ਵਿੱਚ 7 ਸ਼ਬਦ, 1 ਅਸ਼ਟਪਦੀ ਤੇ ਸ਼ਬਦ ਕੋਈ ਨਹੀਂ ਹੈ। ਵਡਹੰਸ ਰਾਗ ਦੇ ਵਿੱਚ 9 ਸ਼ਬਦ,
2 ਅਸ਼ਟਪਦੀਆਂ 6 ਸ਼ਬਦ ਹਨ। ਸੋਰਠ ਰਾਗ ਵਿੱਚ ਪਾਤਸ਼ਾਹ ਦੇ 12 ਸ਼ਬਦ, 3 ਅਸ਼ਟਪਦੀਆਂ ਤੇ ਸ਼ੰਤ ਕੋਈ ਨਹੀਂ ਹੈ। ਧਨਾਸਰੀ ਰਾਗ ਦੇ ਵਿੱਚ 9 ਸ਼ਬਦ, ਅਸ਼ਟਪਦੀ ਵੀ ਕੋਈ ਨਹੀਂ ਹੈ ਤੇ ਸ਼ੰਤ ਵੀ ਕੋਈ ਨਹੀਂ ਹੈ। ਸੂਹੀ ਰਾਗ ਦੇ ਵਿੱਚ ਸਤਿਗੁਰਾਂ ਦਾ ਸ਼ਬਦ ਕੋਈ ਨਹੀਂ ਹੈ। ਅਸ਼ਟਪਦੀਆਂ 4 ਹਨ ਤੇ ਸ਼ੰਤ ਜਿਹੜੇ ਆ ਉਹ 7 ਹਨ। ਬਿਲਾਵਲ ਰਾਗ ਦੇ ਵਿੱਚ 6 ਸ਼ਬਦ ਹਨ ਪਾਤਸ਼ਾਹ ਦੇ, 1 ਅਸ਼ਟਪਦੀ ਹੈ ਤੇ ਸ਼ੰਤ ਕੋਈ ਨਹੀਂ। ਰਾਮਕਲੀ ਰਾਗ ਦੇ ਵਿੱਚ 1 ਸ਼ਬਦ ਤੇ 5 ਅਸ਼ਟਪਦੀਆਂ ਹਨ, ਸ਼ੰਤ ਕੋਈ ਨਹੀਂ ਹੈ। ਮਾਰੂ ਰਾਗ ਦੇ ਵਿੱਚ 5 ਸ਼ਬਦ, 1 ਅਸ਼ਟਪਦੀ ਤੇ ਸ਼ੰਤ ਕੋਈ ਨਹੀਂ। ਭੈਰੋ ਰਾਗ ਦੇ ਵਿੱਚ 21 ਸ਼ਬਦ ਹਨ, 21 ਸ਼ਬਦ, 2 ਅਸ਼ਟਪਦੀਆਂ ਤੇ ਸ਼ੰਤ ਕੋਈ ਨਹੀਂ ਹੈ। ਫਿਰ ਪਾਤਸ਼ਾਹ ਦਾ ਬਸੰਤ ਰਾਗ ਦੇ ਵਿੱਚ 20 ਸ਼ਬਦ ਹਨ, ਅਸ਼ਟਪਦੀਆਂ ਵੀ ਨਹੀਂ ਹੈ ਤੇ ਸ਼ੰਤ ਵੀ ਨਹੀਂ ਹੈ। ਸਾਰੰਗ ਰਾਗ ਦੇ ਵਿੱਚ ਸ਼ਬਦ ਕੋਈ ਨਹੀਂ ਹੈ, 3 ਅਸ਼ਟਪਦੀਆਂ ਪਾਤਸ਼ਾਹ ਨੇ ਉਚਾਰਨ ਕੀਤੀਆਂ ਨੇ ਤੇ ਸ਼ੰਤ ਕੋਈ ਨਹੀਂ ਹੈ। ਮਲਾਰ ਰਾਗ ਦੇ ਵਿੱਚ 13 ਸ਼ਬਦ, 3 ਅਸ਼ਟਪਦੀਆਂ ਤੇ ਫਿਰ ਸ਼ੰਤ ਕੋਈ ਨਹੀਂ ਹੈ। ਪ੍ਰਭਾਤੀ ਰਾਗ 7 ਸ਼ਬਦ, 2 ਅਸ਼ਟਪਦੀਆਂ ਤੇ ਸ਼ੰਤ ਕੋਈ ਨਹੀਂ ਹੈ। ਸੋ ਇਹ 17 ਰਾਗ ਹਨ। ਸ਼ਬਦ ਕਿੰਨੇ ਬਣਦੇ ਆ? 172 ਸ਼ਬਦ, ਅਸ਼ਟਪਦੀਆਂ ਬਣਦੀਆਂ ਕੁੱਲ 91 ਤੇ 20 ਸਤਿਗੁਰਾਂ ਦੇ ਸ਼ੰਤ ਬਣਦੇ ਆ। ਆਪ ਜੀ ਜੋੜ ਫੇਰ ਦੇਖ ਲਓ, 172 ਸ਼ਬਦ ਟੋਟਲ ਹਨ ਸਤਿਗੁਰਾਂ ਦੇ ਜੋ ਵੱਖ-ਵੱਖ ਰਾਗਾਂ ਵਿੱਚ ਹਨ। ਅਸ਼ਟਪਦੀਆਂ 91 ਹਨ ਜੋ ਵੱਖ-ਵੱਖ ਰਾਗਾਂ ਵਿੱਚ ਹਨ। ਸ਼ੰਤ 20 ਹਨ ਜੋ ਇਹਨਾਂ ਵੱਖ-ਵੱਖ ਰਾਗਾਂ ਦੇ ਵਿੱਚ ਹਨ। ਸੋ ਇਹ ਸਾਰੇ ਆਪ ਜੀ ਦੇਖ ਸਕਦੇ ਹੋ। ਇਸ ਤੋਂ ਉਪਰੰਤ ਆਪ ਜੀ ਅੱਗੇ ਆ ਜਾਓ। ਸਤਿਗੁਰਾਂ ਦੀ ਆਸਾ ਰਾਗ ਦੇ ਵਿੱਚ ਜੋ ਸਿਰਲੇਖ ਹੇਠ ਬਾਣੀਆਂ, ਆਪਾਂ ਕੱਲ ਗੱਲ ਕੀਤੀ ਸੀ, ਸਿਰਲੇਖ ਹੇਠ ਬਾਣੀਆਂ ਨੇ, ਉਹਨਾਂ ਬਾਣੀਆਂ ਦੇ ਵਿੱਚ ਪੱਟੀ ਸਿਰਲੇਖ ਹੇਠ ਜਿਹੜੀ ਬਾਣੀ ਆ ਉਹਦੀਆਂ 18 ਪੌੜੀਆਂ ਹਨ। ਪੱਟੀ ਸਿਰਲੇਖ, ਸਿਰਲੇਖ ਦਾ ਅਰਥ ਜਿਹੜਾ ਆਪ ਜੀ ਨੂੰ ਦੱਸਿਆ ਸੀ, ਜਿਵੇਂ ਕੋਈ ਬਾਣੀ ਦੇ ਉੱਪਰ ਵਿਸ਼ੇਸ਼ ਤੌਰ ਦੇ ਉੱਤੇ ਲਿਖਿਆ ਹੋਵੇ ਕਿ ਬਾਣੀ ਦਾ ਨਾਮ। ਇਸੇ ਤਰ੍ਹਾਂ ਰਾਗ ਵਡਾਂਸ ਦੇ ਵਿੱਚ ਆਲਾਣੀਆਂ ਸਿਰਲੇਖ ਹੇਠ 4 ਸ਼ਬਦ ਹਨ ਪਾਤਸ਼ਾਹ ਦੇ। ਫਿਰ ਰਾਗ ਬਿਲਾਵਲ ਦੇ ਵਿੱਚ ਵਾਰ 7, ਫਿਰ 10-10 ਬੰਦ ਦੇ 2 ਸ਼ਬਦ, ਫਿਰ 20 ਬੰਦ ਬਣੇ। ਇਹ ਟੋਟਲ 20 ਬੰਦ ਹਨ। ਵਾਰ 7 ਲਿਖੇ ਹਨ, ਫਿਰ ਉਹਦੇ ਅੱਗੇ 10-10 ਬੰਦ ਦੇ 20 ਸ਼ਬਦ ਹਨ, 10-10 ਬੰਦਾਂ ਦੇ 2, 7 ਵਾਰ ਦੇ ਵਿੱਚ, ਤੇ ਉਹ ਕੁੱਲ ਬਣਦੇ ਆ 20 ਬੰਦ। ਫਿਰ ਰਾਮਕਲੀ ਰਾਗ ਦੇ ਵਿੱਚ ਆਨੰਦ ਸਾਹਿਬ ਦੀ ਬਾਣੀ ਹੈ ਜਿਹਦੀਆਂ 40 ਪੌੜੀਆਂ ਹਨ। ਫਿਰ ਮਾਰੂ ਰਾਗ ਦੇ ਵਿੱਚ ਸੋਲ੍ਹੇ ਹਨ ਤੇ ਸੋਲ੍ਹੇ 24 ਸ਼ਬਦ ਟੋਟਲ ਹਨ। ਸੋ ਇਹਨਾਂ ਦਾ ਕੁੱਲ ਜੋੜ ਜਿਹੜਾ ਸਿਰਲੇਖ ਵਾਲੀਆਂ ਬਾਣੀਆਂ ਦਾ ਬਣਦਾ ਹੈ 106। 106 ਜਿਹੜਾ ਹੈ ਟੋਟਲ ਇਹਨਾਂ ਦਾ ਬਣਦਾ ਹੈ। ਫਿਰ ਅੱਗੇ ਆ ਜਾਓ ਆਪ ਜੀ। ਜੋ ਵਾਰਾਂ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 22 ਵਾਰਾਂ, ਉਹਨਾਂ ਦੇ ਵਿੱਚ ਸਤਿਗੁਰਾਂ ਦੀਆਂ ਜਿਹੜੀਆਂ ਵਾਰਾਂ ਹਨ ਉਹਨਾਂ ਦੀ ਗਿਣਤੀ ਕੀ ਹੈ? ਸਤਿਗੁਰਾਂ ਦੀਆਂ ਕੁੱਲ 4 ਵਾਰਾਂ ਗੁਰੂ ਗ੍ਰੰਥ ਸਾਹਿਬ 'ਚ ਦਰਜ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਜੀ 4 ਵਾਰਾਂ ਦਰਜ ਹਨ। ਤੇ ਜਿਹੜੀ ਸਭ ਤੋਂ ਪਹਿਲੀ ਵਾਰ ਹੈ ਗੂਜਰੀ ਦੀ ਵਾਰ, ਇਹਦੇ ਅੰਦਰ ਪਾਤਸ਼ਾਹ ਦੀਆਂ ਧੰਨ ਗੁਰੂ ਅਮਰਦਾਸ ਜੀ ਦੀਆਂ 22 ਪੌੜੀਆਂ ਹਨ। ਸੂਹੀ ਵਾਰ ਦੇ ਵਿੱਚ ਸਤਿਗੁਰਾਂ ਦੀ 20 ਪੌੜੀਆਂ ਹਨ। ਰਾਮਕਲੀ ਦੀ ਵਾਰ ਦੇ ਵਿੱਚ ਸਤਿਗੁਰਾਂ ਦੀਆਂ 21 ਪੌੜੀਆਂ ਹਨ। ਰਾਗ ਮਾਰੂ ਦੀ ਵਾਰ, ਪਹਿਲੀ ਵਾਰ ਜਿਹੜੀ ਹੈ ਮਾਰੂ ਰਾਗ ਦੀ, ਉਹਦੇ ਵਿੱਚ ਪਾਤਸ਼ਾਹ ਦੀਆਂ 22 ਪੌੜੀਆਂ ਹਨ। ਰਾਮਕਲੀ ਦੀ ਵਾਰ ਜਿਹੜੀ ਪਹਿਲੀ ਹੈ ਉਹ ਗੁਰੂ ਅਮਰਦਾਸ ਜੀ ਦੀ ਹੈ ਤੇ ਦੂਸਰੀ ਜਿਹੜੀ ਹੈ ਉਹ ਗੁਰੂ ਅਰਜਨ ਦੇਵ ਜੀ ਦੀ। ਇਸੇ ਤਰ੍ਹਾਂ ਮਾਰੂ ਰਾਗ 'ਚ ਵੀ ਪਹਿਲੀ ਵਾਰ ਜਿਹੜੀ ਹੈ ਉਹ ਸਤਿਗੁਰਾਂ ਦੀ ਹੈ ਗੁਰੂ ਅਮਰਦਾਸ ਜੀ ਦੀ, ਦੂਸਰੀ ਵਾਰ ਜਿਹੜੀ ਹੈ ਗੁਰੂ ਅਰਜਨ ਦੇਵ ਜੀ ਦੀ। ਇਸ ਕਰਕੇ ਇਹਨਾਂ ਦੇ ਅੱਗੇ ਪਹਿਲੀ ਵਾਰ ਲਿਖਿਆ ਹੈ। ਤੇ ਇਹਨਾਂ ਦੇ ਵਿੱਚ ਰਾਮ ਮਾਰੂ ਦੀ ਵਾਰ ਦੇ ਵਿੱਚ 22 ਪੌੜੀਆਂ ਹਨ ਤੇ ਇਹਨਾਂ ਦੀ ਕੁੱਲ ਗਿਣਤੀ ਬਣਦੀ ਹੈ ਪੌੜੀਆਂ ਦੀ 85 ਪੌੜੀਆਂ ਟੋਟਲ ਬਣਦੀਆਂ ਹਨ। ਤੇ ਉਸ ਤੋਂ ਬਾਅਦ ਅੱਗੇ ਆ ਜਾਓ ਆਪ ਜੀ। ਵਾਰਾਂ ਦੀਆਂ ਪੌੜੀਆਂ ਦੇ ਨਾਲ ਦਰਜ ਹੋਏ ਸ੍ਰੀ ਗੁਰੂ ਅਮਰਦਾਸ ਜੀ ਦੇ ਸਲੋਕਾਂ ਦੀ ਜਿਹੜੀ ਗਿਣਤੀ ਆ ਉਹ ਆ 343 ਤੇ ਬਾਕੀ ਜਿਹੜੇ ਸਲੋਕ ਵਾਰਾਂ ਤੇ ਵਧੀਕ ਦੇ ਅੰਦਰ ਉਹਨਾਂ ਦੀ ਗਿਣਤੀ ਹੈ 67। ਜਿਹੜੀਆਂ ਵਾਰਾਂ ਹਨ, ਵਾਰਾਂ ਦੇ ਉੱਪਰ ਜਿਹੜੇ ਸਲੋਕ ਦਰਜ ਕੀਤੇ ਆ ਉਹਨਾਂ ਦੀ ਗਿਣਤੀ ਹੈ 343
ਤੇ ਫਿਰ ਜਿਹੜੇ 12 ਤੇ ਵਧੇਕ ਦੇ ਵਿੱਚ ਸ਼ਲੋਕ ਦਰਜ ਹਨ ਉਹਨਾਂ ਦੀ ਗਿਣਤੀ ਹੈ 67 ਤੇ ਇੱਕ ਸ਼ਲੋਕ ਗੁਰੂ ਨਾਨਕ ਦੇਵ ਜੀ ਦਾ ਜੋ 12 ਤੇ ਵਧੇਕ ਦੇ ਵਿੱਚ ਹੈ ਉਹ ਸਤਿਗੁਰਾਂ ਦਾ ਗੁਰੂ ਨਾਨਕ ਸਾਹਿਬ ਜੀ ਦਾ ਸ਼ਲੋਕ ਹੈ, ਲਾਹੌਰ ਸ਼ਹਿਰ ਕਹਿਰ ਸਵਾ ਪਹਿਰ, ਫਿਰ ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਇਹ ਸਤਿਗੁਰਾਂ ਦਾ ਉਪਦੇਸ਼ ਹੈ ਗੁਰੂ ਅਮਰਦਾਸ ਜੀ ਦਾ। ਇਹ ਵੀ ਜਿਹੜਾ ਗੁਰੂ ਨਾਨਕ ਦੇਵ ਜੀ ਦਾ 12 ਤੇ ਵਧੇਕ ਦੇ ਜਿਹੜੇ ਸ਼ਲੋਕ ਹਨ ਉਹਨਾਂ ਦੇ ਵਿੱਚ 27 ਨੰਬਰ ਜਿਹੜਾ ਸਤਿਗੁਰਾਂ ਦਾ ਸ਼ਲੋਕ ਹੈ ਉਹਦੇ ਨਾਲ ਗੁਰੂ ਅਮਰਦਾਸ ਜੀ ਦਾ ਸ਼ਲੋਕ ਦਰਜ ਹੈ। ਤੇ ਇਹਨਾਂ ਸਾਰੇ ਸ਼ਲੋਕਾਂ ਦਾ ਕੁੱਲ ਜੋੜ ਜਿਹੜਾ ਬਣਦਾ ਹੈ 411। ਤੇ ਇਸੇ ਤਰ੍ਹਾਂ ਜਿਹੜਾ ਭਗਤ ਕਬੀਰ ਜੀ ਦਾ ਸ਼ਲੋਕ ਹੈ ਨੰਬਰ 820, ਭਗਤ ਕਬੀਰ ਜੀ ਦੀ ਬਾਣੀ ਜਿਹੜੀ ਹੈ ਉਹਨਾਂ ਦੇ ਜਿਹੜੇ ਸ਼ਲੋਕ ਹਨ ਭਗਤ ਕਬੀਰ ਜੀ ਦੇ 820 ਨੰਬਰ ਜਿਹੜਾ ਸ਼ਲੋਕ ਹੈ ਉਹ ਇੱਕ ਸ਼ਲੋਕ ਸਤਿਗੁਰੂ ਗੁਰੂ ਅਮਰਦਾਸ ਜੀ ਦਾ ਹੈ। ਉਹਦੇ ਵਿੱਚ ਸਤਿਗੁਰਾਂ ਨੇ ਭਗਤ ਕਬੀਰ ਜੀ ਦੀ ਬਾਣੀ ਦੀ ਹੀ ਗਾਂ ਵਿਆਖਿਆ ਕੀਤੀ ਹੈ। ਫਿਰ ਭਗਤ ਕਬੀਰ ਜੀ ਦੇ ਸ਼ਲੋਕਾਂ ਦੇ ਵਿੱਚ 13ਵਾਂ 42ਵਾਂ 104 122ਵਾਂ ਤੇ 183ਵਾਂ ਇਹ 5 ਸ਼ਲੋਕ ਗੁਰੂ ਅਮਰਦਾਸ ਜੀ ਦੇ ਹਨ। ਫਿਰ ਧਿਆਨ ਦੇਣਾ ਜਿਹੜੀ ਭਗਤ ਬਾਣੀ ਹੈ ਭਗਤ ਕਬੀਰ ਜੀ ਦੇ ਜਿਹੜੇ ਸ਼ਲੋਕ ਦਰਜ ਹਨ ਜਿਨ੍ਹਾਂ ਦੇ ਉੱਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿਰਲੇਖ ਦਿੱਤਾ ਹੈ ਸ਼ਲੋਕ ਕਬੀਰ ਜੀਓ ਕੇ। ਠੀਕ ਹੈ ਜੀ, ਉਸ ਸ਼ਲੋਕ ਕਬੀਰ ਜੀਓ ਕੇ ਸ਼ਲੋਕਾਂ ਦੇ ਵਿੱਚ ਸਿਰਲੇਖ ਗੁਰੂ ਵਾਹਿਗੁਰੂ ਸਿਰਲੇਖ ਜਿਹੜਾ ਹੈ ਉਹ ਭਗਤ ਕਬੀਰ ਜੀ ਦਾ ਹੈ, ਪਰ ਉਹਨਾਂ ਦੇ ਵਿੱਚ ਜਿਹੜੇ 5 ਸ਼ਲੋਕ ਹਨ ਉਹ ਗੁਰੂ ਅਮਰਦਾਸ ਜੀ ਦੇ ਲਿਖੇ ਹੋਏ ਆ ਜਿਹਦੇ ਉੱਤੇ ਨਾਲ ਮਹੱਲਾ ਤੀਜਾ ਲਿਖਿਆ ਹੈ। ਠੀਕ ਹੈ ਜੀ, ਤੇ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਦੀ ਜਿਹੜੀ ਕੁੱਲ ਬਾਣੀ ਹੈ ਸਾਰੀ ਬਾਣੀ ਉਹਦਾ ਕੁੱਲ ਜੋੜ ਬਣਦਾ ਹੈ 891। ਸੋ ਆਪ ਜੀ ਨੇ ਧਿਆਨ ਦੇਣਾ ਸਤਿਗੁਰਾਂ ਦੀ ਕੁੱਲ ਬਾਣੀ ਦਾ ਜਿਹੜਾ ਜੋੜ ਹੈ ਉਹ 891 ਬਣਦਾ ਹੈ। ਆਓ ਫਿਰ ਆਪਾਂ ਵੇਖਦੇ ਸ਼ੁਰੂ ਤੋਂ। ਇੱਥੋਂ ਕੁੱਲ ਜੋੜ ਬਣਦਾ ਹੈ 172 ਇਹ 91 ਇਹ 20 ਇਹ। ਠੀਕ ਹੈ ਜੀ, ਫਿਰ ਉਸ ਤੋਂ ਬਾਅਦ ਇਹਨਾਂ ਦਾ ਸਿਰਲੇਖਾਂ ਵਾਲੀਆਂ ਬਾਣੀਆਂ ਦਾ ਕੁੱਲ ਜੋੜ ਬਣਦਾ 106। ਫਿਰ ਉਸ ਤੋਂ ਬਾਅਦ ਜਿਹੜੀਆਂ ਪੌੜੀਆਂ ਹਨ ਉਹਨਾਂ ਦਾ ਕੁੱਲ ਜੋੜ ਬਣਦਾ ਹੈ 85। ਫਿਰ ਜਿਹੜੇ ਸ਼ਲੋਕ ਦੂਸਰਿਆਂ ਸਿਰਲੇਖਾਂ ਦੇ ਹੇਠਾਏ ਆ ਉਹਨਾਂ ਦਾ ਕੁੱਲ ਜੋੜ ਜਿਹੜਾ ਬਣਦਾ ਹੈ ਉਹ 411। ਠੀਕ ਹੈ ਜੀ, ਤੇ ਫਿਰ 5 ਇਹ ਪਾ ਕੇ ਕੁੱਲ ਬਣਦਾ ਹੈ 891। 891 ਜਿਹੜੇ ਹਨ ਉਹ ਸਤਿਗੁਰਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰਾਂ ਦੇ ਸ਼ਬਦ ਕਹਿ ਸਕਦੇ ਹਾਂ। 891 ਸ਼ਬਦ ਗੁਰੂ ਅਮਰਦਾਸ ਜੀ ਦੇ ਦਰਜ ਹਨ ਤੇ 17 ਰਾਗ ਹਨ ਸਤਿਗੁਰਾਂ ਦੇ। 17 ਰਾਗਾਂ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਾਵਨ ਬਾਣੀ ਉਚਾਰਨ ਕੀਤੀ। ਸੋ ਇਹ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ ਅਤੇ ਉਹਨਾਂ ਦੀ ਬਾਣੀ ਦੀ ਵਿਚਾਰ ਸੀ। ਸੋ ਸਾਧ ਸੰਗਤ ਅੱਗੇ ਜਿਹੜੀ ਹੈ ਬਾਣੀ ਉਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਚੌਥੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਹੈ। ਸਤਿਗੁਰਾਂ ਦੇ ਜੀਵਨ ਬਾਰੇ ਜੇ ਝਾਤ ਪਾਈਏ ਮੱਤੇ ਵਾਹਿਗੁਰੂ ਸਤਿਗੁਰਾਂ ਦਾ ਜਿਹੜਾ ਜਨਮ ਹੈ ਚੂਨਾ ਮੰਡੀ ਲਾਹੌਰ ਵਿਖੇ ਹੋਇਆ ਤੇ ਬਚਪਨ 'ਚ ਮਾਤਾ ਪਿਤਾ ਦਾ ਦੇਹਾਂਤ ਹੋਣ ਬਾਅਦ ਨਾਨੀ ਜਿਹੜੀ ਹੈ ਬਾਸਰ ਕੇ ਲੈ ਆਈ ਹੈ ਤੇ ਬਾਸਰ ਕੇ ਉਹੀ ਪਿੰਡ ਹੈ ਜਿੱਥੋਂ ਦੇ ਰਹਿਣ ਵਾਲੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਹਨ। ਬਚਪਨ 'ਚ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਆ ਤੇ ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਗੋਇੰਦਵਾਲ ਦੀ ਧਰਤੀ ਤੇ ਲੈ ਆਉਂਦੇ ਆ। ਇੱਥੇ ਵੀ ਸਤਿਗੁਰੂ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਆ, ਨਾਲ ਨਾਲ ਸੇਵਾ ਕਰਦੇ ਆ ਬੌੜੀ ਸਾਹਿਬ ਦੀ ਜਾਂ ਹੋਰ ਸੇਵਾਵਾਂ ਜਿੰਨੀਆਂ ਵੀ ਚੱਲਦੀਆਂ ਸਨ ਉਸ ਜਗ੍ਹਾ ਦੇ ਉੱਤੇ ਆਏ ਗਏ ਦੀ ਸੇਵਾ ਕਰਦੇ ਆ, ਬੜਾ ਪਿਆਰ ਨਾਲ ਰਹਿੰਦੇ ਸਭ ਦੇ ਨਾਲ। ਤੇ ਇੱਕ ਦਿਨ ਪੁੱਛਣ ਤੇ ਜੋ ਹੈ ਸਤਿਗੁਰਾਂ ਦੀ ਪਤਨੀ ਧੰਨ ਗੁਰੂ ਅਮਰਦਾਸ ਜੀ ਦੇ ਪਤਨੀ ਬੀਬੀ ਮਨਸਾ ਜੀ ਇਹਨਾਂ ਦੇ ਪੁੱਛਣ ਤੇ ਕਿ ਆਪਣੀ ਭਾਨੀ ਵਾਸਤੇ ਆਪਣੀ ਪੁੱਤਰੀ ਵਾਸਤੇ ਵਰ ਕਿਹੋ ਜਿਹਾ ਹੋਣਾ ਚਾਹੀਦਾ ਹੈ ਤੇ ਉਹਨਾਂ ਕਿਹਾ ਕਿ ਜੇ ਹੋਵੇ ਤੇ ਇਸ ਭਾਈ ਜੇਠੇ ਵਰਗਾ ਹੋਣਾ ਚਾਹੀਦਾ ਹੈ। ਤੇ ਫਿਰ ਸਤਿਗੁਰਾਂ ਨੇ ਕਿਹਾ ਭਾਈ ਇਹਦੇ ਵਰਗਾ ਤੇ ਇਹੀ ਹੈ। ਫਿਰ ਸਤਿਗੁਰਾਂ ਨੇ ਆਪਣੀ ਪੁੱਤਰੀ ਬੀਬੀ ਭਾਨੀ ਦਾ ਵਿਆਹ ਜਿਹੜਾ ਹੈ ਉਹ ਗੁਰੂ ਰਾਮਦਾਸ ਜੀ ਨਾਲ ਕੀਤਾ ਹੈ। ਇਸ ਜਗ੍ਹਾ ਦੇ ਉੱਤੇ ਹੀ ਗੁਰੂ ਰਾਮਦਾਸ ਜੀ ਨੇ ਸੇਵਾਵਾਂ ਨਿਭਾਈਆਂ। ਅਖੀਰ ਸਤਿਗੁਰਾਂ ਨੇ ਥੜੇ ਬਣਾਉਣ ਦੀ ਪ੍ਰੀਖਿਆ ਲਈ ਹੈ ਜਿਹਦੇ ਵਿੱਚੋਂ ਪਾਸ ਹੋ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਹੈ। ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸਤਿਗੁਰਾਂ ਨੇ ਬਾਬਾ ਬੁੱਢਾ ਜੀ ਨੇ ਤਿਲਕ ਦਿੱਤਾ ਹੈ।
सतगुरां नूं गुरु होने का माण प्राप्त होया है। इसे ही धरती के सतगुरां के 3 पुत्र होए आ, बीबी भानी जी की कुखों गुरु अर्जन देव जी, प्रिथी चंद जी ते महादेव जी। सब तो छोटे गुरु अर्जन देव जी हैं। फिर सतगुरां ने इत्थों बाद गुरु अमरदास जी के कहण के उत्ते ਅੰਮ੍ਰਿਤਸਰ की धरती से जाके ਚੱਕ रामदासपुर ਵਸਾਉਣਾ ਕੀਤਾ। ਚੱਕ रामदासपुर ਵਸਾ के सतगुरु धन गुरु रामदास सच्चे पातशाह जी इस जगह के उत्ते एक सुंदर तलाब, सुंदर सरोवर की उसारी करवाई है। उस सरोवर की उसारी करवा के पातशाह ने फिर 52 तरह के कारीगर जिहड़े इस शहर के विच वसाउणा कीते आ। वो 52 कारीगर जिहड़े इत्थे वस के ते इत्थे बड़ा वड्डा एक वपारक केंद्र बन जाता है। बड़े वड्डे पद्धर ते लोग आना शुरू हो जाते हैं जो सतगुरां के दर्शन करने वास्ते आते हैं। वो इन्हां व्यापारियों पासों वस्तुआं खरीद के लैके जाते हैं। बड़ा वड्डा केंद्र उस समय अमृतसर बन जाता। फिर सतगुरु इत्थे ही सिखां नूं उपदेश दिया करते हैं। जिस जगह के उत्ते धन श्री गुरु हरमंदर साहिब की स्थापना की गई है, जिस जगह के उत्ते धन श्री गुरु ग्रंथ साहिब का पहला प्रकाश होया है, उस जगह पर बैठ के गुरु रामदास जी उपदेश करया करते सन। इस जगह के उत्ते सतगुरां दे हजूर संगत जुड़दी सी। सतगुरां दी जिहड़ी बाणी है साध संगत मैं दस देवां, धन गुरु रामदास सच्चे पातशाह जी की बाणी सब तो महंगी है। जे मैं कह देवां तो ये कोई शक नहीं, हर विद्वान ये गल मनदा है। क्यों महंगी है? जदों तुसीं गुरु रामदास जी की बाणी पढ़ोगे ना, तो गुरु रामदास जी की बाणी दे विच कई पंक्तियां ऐसियां हन जिन्हां दे विश्राम बहुत ही लाने औखे हैं, क्योंकि बड़ियां लंबेरियां पंक्तियां हैं। 2-2 तुकां जिहड़ियां बन जांदियां, 2-2 पंक्तियां दी जाके फिर किते डंडियां होंदियां। इस करके बहुत ही ध्यान दे नाल इन्हां दी बाणी की संथ्या करनी पैंदी है। गुरु रामदास जी की बाणी बड़ा परोपकार सतगुरां ने कीता है। ते एक साध संगत गायन शैली होंदी है पड़ताल, जिहदे विच ताल नूं वार-वार पढ़तिया जांदा है, वार-वार बदलिया जांदा है। ये पड़ताल गायन शैली की देन जिहड़ी है वो धन गुरु रामदास जी ने दित्ती है। देखो सोचण की गल है, एक बच्चा जिहड़ा अनाथ है, जिहदे कोल घुंगड़ियां बेच के अपना ते अपनी दादी का गुजारा करता है, उस बच्चे के अंदर गुरु रामदास ऐसी समर्था भर दिंदे आ, गुरु अमरदास महाराज ऐसी समर्था भर दिंदे आ कि वो बच्चा जिहड़ा है एक पड़ताल गायन शैली नूं पेश करता है। वो पड़ताल गायन शैली जिहड़ी साडी झोली च पा दिंदे धन गुरु रामदास महाराज। तो ऐसी उन्होंने बाणी है। विद्वान जो पढ़न लगते आ, जो पढ़ते आ तो हैरान हो जाते कि सतगुरां ने कितनी सुंदर तो कितनी जी बाणी है महंगी बाणी की रचना की, जिहदे विश्राम बड़ी मुश्किल नाल लगते। कि आप जी सतगुरां की बाणी नूं पढ़ना, सतगुरां की ऐसी जी है वो महान बाणी है। तो सतगुरां ने बड़ा सुंदर इन्हां बाणियां दे विच उपदेश दिता है। प्यार दे वलवले करहले बाणियां जिहड़ियां हन वो अपनियां दर्ज कीतियां हन, जिन्हां विच गुरु दे नाल प्यार हुंदा है, मोह हुंदा है। बड़ी पावन बाणी सतगुरां दी श्री गुरु ग्रंथ साहिब च दर्ज है। आओ आपां सतगुरां दी जिहड़ी पावन बाणी है उन्होंने विचारन का यतन करिए। सो साध संगत धन गुरु रामदास सच्चे पातशाह चौथे पातशाह की बाणी का वेरवा आप जी की स्क्रीन उपर है। श्री राग दे विच सतगुरां दे 6 शब्द हैं ते 1 शंत है। माज राग दे विच सतगुरां दे 7 शब्द हैं ते फिर एक जिहड़ा अष्टपदी है ते शंत कोई नहीं है। ते 2 सलोक सतगुरां दे दर्ज हैं जो वारां दे नाल है। फिर जिहड़ी गौड़ी राग है सतगुरां दे 32 शब्द हैं, अष्टपदी कोई नहीं है, शंत भी कोई नहीं है, ते 43 सलोक सतगुरां दे हैं धन गुरु रामदास जी। आसा राग विच 16 शब्द हैं, अष्टपदी कोई नहीं है, शंत 14 हैं, सलोक भी कोई नहीं है। गुजरी राग विच 7 शब्द हैं, अष्टपदी 1 है, ते शंत जिहड़ा है कोई नहीं है, सलोक भी कोई नहीं है। देव गंधारी राग 6 शब्द हैं पातशाह दे। फिर उस तो बाद एक जिहड़ा है अष्टपदी है, शंत ते सलोक कोई नहीं है। देव गंधारी दे विच कोई अष्टपदी नहीं है, 6 शब्द ही हैं, शंत भी कोई नहीं है, सलोक भी कोई नहीं है। बिहागड़ा दे विच शब्द कोई नहीं है, 7 अष्टपदियां, 6 शंत ते 2 सलोक हैं।
ਵਡਹੰਸ ਰਾਗ ਵਿੱਚ 3 ਸ਼ਬਦ 4 ਸ਼ੰਤ ਹਨ, ਸ਼ਲੋਕ ਤੇ ਅਸ਼ਟਪਦੀ ਨਹੀਂ ਹੈ। ਸੋਰਠ ਰਾਗ ਦੇ ਵਿੱਚ 9 ਸ਼ਬਦ ਹਨ ਪਾਤਸ਼ਾਹ ਦੇ, ਅਸ਼ਟਪਦੀ ਕੋਈ ਨਹੀਂ ਹੈ, ਸ਼ੰਤ ਜਿਹੜਾ ਹੈ ਕੋਈ ਨਹੀਂ ਹੈ, ਤੇ 7 ਸ਼ਲੋਕ ਹਨ। ਫਿਰ ਧਨਾਸਰੀ ਰਾਗ ਦੇ ਵਿੱਚ 13 ਸ਼ਬਦ ਹਨ ਤੇ 1 ਸ਼ੰਤ ਹੈ, ਅਸ਼ਟਪਦੀ ਸ਼ਲੋਕ ਕੋਈ ਨਹੀਂ ਹੈ। ਜੈਤਸਰੀ ਰਾਗ ਦੇ ਅੰਦਰ 11 ਸ਼ਬਦ ਪਾਤਸ਼ਾਹ ਦੇ ਹਨ ਤੇ ਅਸ਼ਟਪਦੀ ਸ਼ੰਤ ਸ਼ਲੋਕ ਨਹੀਂ ਹੈ। ਟੋਡੀ ਰਾਗ 'ਚ 1 ਸ਼ਬਦ ਹੈ, ਬੈਰਾੜੀ ਰਾਗ 'ਚ ਵੀ ਸਿਰਫ 6 ਸ਼ਬਦ ਹਨ, ਤਿਲੰਗ ਰਾਗ ਦੇ ਵਿੱਚ 2 ਸ਼ਬਦ ਹਨ ਸਿਰਫ। ਫਿਰ ਸੂਹੀ ਰਾਗ ਦੇ ਵਿੱਚ ਮਹਾਰਾਜ ਦੇ 15 ਸ਼ਬਦ, 2 ਅਸ਼ਟਪਦੀਆਂ ਤੇ 6 ਜਿਹੜਾ ਹੈ ਉਹ ਸ਼ੰਤ ਹਨ। ਫਿਰ ਉਸ ਤੋਂ ਬਾਅਦ ਅੱਗੇ ਆ ਜਾਓ, ਬਿਲਾਵਲ ਰਾਗ 7 ਸ਼ਬਦ, 6 ਅਸ਼ਟਪਦੀਆਂ, 2 ਸ਼ੰਤ ਤੇ 1 ਸ਼ਲੋਕ ਹੈ। ਗੋਂਡ ਰਾਗ ਦੇ ਵਿੱਚ 6 ਸ਼ਬਦ ਹਨ, ਅਸ਼ਟਪਦੀ ਕੋਈ ਨਹੀਂ ਹੈ, ਸ਼ੰਤ ਸ਼ਲੋਕ ਨਹੀਂ ਹਨ। ਰਾਮਕਲੀ ਰਾਗ ਦੇ ਵਿੱਚ 6 ਸ਼ਬਦ ਹਨ ਪਾਤਸ਼ਾਹ ਦੇ, ਅਸ਼ਟਪਦੀ ਸ਼ੰਤ ਸ਼ਲੋਕ ਕੋਈ ਨਹੀਂ ਹੈ। ਨਟ ਨਾਰਾਇਣ ਰਾਗ ਦੇ ਵਿੱਚ 9 ਸ਼ਬਦ ਹਨ ਮਹਾਰਾਜ ਦੇ, 6 ਅਸ਼ਟਪਦੀਆਂ ਹਨ, ਸ਼ੰਤ ਤੇ ਸ਼ਲੋਕ ਕੋਈ ਨਹੀਂ ਹੈ। ਮਾਲੀ ਗੌੜਾ ਦੇ ਵਿੱਚ 6 ਸ਼ਬਦ ਹਨ ਮਹਾਰਾਜ ਦੇ ਤੇ ਅਸ਼ਟਪਦੀ ਸ਼ੰਤ ਸ਼ਲੋਕ ਕੋਈ ਨਹੀਂ ਹੈ। ਮਾਰੂ ਰਾਗ ਦੇ ਵਿੱਚ 8 ਸ਼ਬਦ ਹਨ ਸਤਿਗੁਰਾਂ ਦੇ, ਅਸ਼ਟਪਦੀ ਸ਼ੰਤ ਸ਼ਲੋਕ ਕੋਈ ਨਹੀਂ ਹੈ। ਵਾਹਿਗੁਰੂ। ਮਾਰੂ ਰਾਗ ਦੇ ਵਿੱਚ 8 ਸ਼ਬਦ ਹਨ ਤੇ ਅਸ਼ਟਪਦੀ ਸ਼ੰਤ ਕੋਈ ਨਹੀਂ ਹੈ, 3 ਸ਼ਲੋਕ ਮਹਾਰਾਜ ਦੇ ਵਾਰਾਂ ਦੇ ਵਿੱਚ ਦਰਜ ਹਨ। ਤੁਖਾਰੀ ਰਾਗ ਦੇ ਵਿੱਚ ਸ਼ਬਦ ਅਸ਼ਟਪਦੀ ਨਹੀਂ ਹੈ, ਸ਼ੰਤ 4 ਹਨ। ਕੇਦਾਰਾ ਰਾਗ 'ਚ ਪਾਤਸ਼ਾਹ ਦੇ ਜਿਹੜਾ 2 ਸ਼ਬਦ ਹਨ, ਅਸ਼ਟਪਦੀ ਸ਼ੰਤ ਸ਼ਲੋਕ ਨਹੀਂ ਹੈ। ਭੈਰੋ ਰਾਗ ਦੇ ਵਿੱਚ 7 ਸ਼ਬਦ ਹਨ, ਅਸ਼ਟਪਦੀ ਸ਼ੰਤ ਸ਼ਲੋਕ ਨਹੀਂ ਹੈ। ਬਸੰਤ ਰਾਗ ਦੇ ਵਿੱਚ 7 ਸ਼ਬਦ ਹਨ, 1 ਅਸ਼ਟਪਦੀ ਹੈ। ਸਾਰੰਗ ਰਾਗ 'ਚ 13 ਸ਼ਬਦ ਹਨ ਤੇ 6 ਸ਼ਲੋਕ ਵਾਰਾਂ ਤੇ ਦਰਜ ਹਨ ਤੇ ਅਸ਼ਟਪਦੀ ਸ਼ੰਤ ਨਹੀਂ ਹੈ। ਮਲਾਰ ਰਾਗ ਦੇ ਵਿੱਚ 9 ਸ਼ਬਦ ਹਨ ਮਹਾਰਾਜ ਦੇ ਤੇ ਅਸ਼ਟਪਦੀ ਸ਼ੰਤ ਸ਼ਲੋਕ ਨਹੀਂ ਹੈ। ਕਾਨੜਾ ਰਾਗ ਦੇ ਵਿੱਚ 12 ਸ਼ਬਦ, 6 ਅਸ਼ਟਪਦੀਆਂ ਤੇ 30 ਸ਼ਲੋਕ ਦਰਜ ਹਨ ਤੇ ਨਾਲ ਜਿਹੜਾ ਹੈ ਸ਼ੰਤ ਉਹ ਨਹੀਂ ਹੈ। ਕਲਿਆਣ ਰਾਗ ਦੇ ਵਿੱਚ 7 ਸ਼ਬਦ ਹਨ ਪਾਤਸ਼ਾਹ ਦੇ, 6 ਅਸ਼ਟਪਦੀਆਂ ਹਨ, ਸ਼ੰਤ ਸ਼ਲੋਕ ਨਹੀਂ ਹੈ। ਪ੍ਰਭਾਤੀ ਰਾਗ ਦੇ ਵਿੱਚ 7 ਸ਼ਬਦ ਹਨ ਤੇ ਅਸ਼ਟਪਦੀਆਂ ਜਿਹੜੀਆਂ ਉਹ ਨਹੀਂ ਹਨ, ਸ਼ੰਤ ਵੀ ਨਹੀਂ ਹੈ ਤੇ ਸ਼ਲੋਕ ਵੀ ਨਹੀਂ ਹੈ। ਸੋ ਇਹਨਾਂ ਦਾ ਕੁੱਲ ਜੋੜ ਜਿਹੜਾ ਹੈ 240 ਬਣਦਾ ਹੈ। 36 ਅਸ਼ਟਪਦੀਆਂ ਬਣਦੀਆਂ ਹਨ, ਸ਼ੰਤ ਜਿਹੜੇ ਆ ਉਹ 36 ਬਣਦੇ ਹਨ ਤੇ 134 ਜਿਹੜੇ ਹੈ ਉਹ ਸ਼ਲੋਕ ਬਣਦੇ ਆ। ਤੇ ਆਪ ਜੀ ਨੇ ਧਿਆਨ ਦੇਣਾ 19 ਰਾਗ ਜਿਹੜੇ ਆ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤੇ ਆ। 17 ਰਾਗਾਂ ਦੇ ਵਿੱਚ ਧੰਨ ਗੁਰੂ ਅਮਰਦਾਸ ਜੀ ਨੇ ਬਾਣੀ ਉਚਾਰਨ ਕੀਤੀ ਹੈ। ਸਤਿਗੁਰਾਂ ਨੇ ਨਵਾਂ ਰਾਗ ਕੋਈ ਨਹੀਂ ਲਿਆ, ਪਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇੰਨੀ ਕਿਰਪਾ ਗੁਰੂ ਅਮਰਦਾਸ ਜੀ ਨੇ ਕੀਤੀ ਹੈ ਕਿ ਸਤਿਗੁਰਾਂ ਨੇ ਜਿਹੜੇ 19 ਰਾਗ ਸੀ ਉਹਨਾਂ ਤੋਂ ਵਧਾ ਕੇ ਗਿਣਤੀ 13 ਕਰ ਦਿੱਤੀ ਹੈ। ਨਵੇਂ ਰਾਗ ਸਤਿਗੁਰਾਂ ਨੇ ਆਪ ਜਿਹੜੇ ਆ ਉਹ ਦਰਜ ਕੀਤੇ ਆ, ਉਹਨਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਸੋ ਇਹ ਸਤਿਗੁਰਾਂ ਦੀ ਬੜੀ ਵੱਡੀ ਵਡਿਆਈ ਹੈ। ਕੁੱਲ ਜੋੜ ਬਣਦਾ ਹੈ 240 ਸ਼ਬਦਾਂ ਦਾ ਤੇ ਅਸ਼ਟਪਦੀਆਂ ਦਾ ਜੋੜ ਹੈ 36, 38 ਜਿਹੜਾ ਸ਼ੰਤਾਂ ਦਾ ਜੋੜ ਹੈ, 134 ਜੋੜ ਸ਼ਲੋਕਾਂ ਦਾ ਹੈ। ਸੋ ਸਤਿਗੁਰਾਂ ਦੀਆਂ ਵਾਰਾਂ ਜਿਹੜੀਆਂ ਹਨ ਉਹਨਾਂ ਦੀ ਗਿਣਤੀ ਕੀਤੀ ਜਾਵੇ, ਸ੍ਰੀ ਗੁਰੂ ਰਾਮਦਾਸ ਜੀ ਦੀਆਂ 8 ਵਾਰਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। 8 ਵਾਰਾਂ, 22 ਵਾਰਾਂ ਦੇ ਵਿੱਚੋਂ 8 ਵਾਰਾਂ ਗੁਰੂ ਰਾਮਦਾਸ ਜੀ ਦੀਆਂ ਹਨ, ਜਿਨ੍ਹਾਂ ਵਿੱਚੋਂ ਸ਼੍ਰੀ ਰਾਗ ਦੀ ਵਾਰ ਦੇ ਵਿੱਚ ਪੌੜੀਆਂ 21 ਹਨ, ਗੌੜੀ ਕੀ ਵਾਰ ਦੇ ਵਿੱਚ ਪੌੜੀਆਂ 28 ਹਨ, ਬਿਹਾਗੜਾ ਦੀ ਵਾਰ ਦੇ ਵਿੱਚ ਪੌੜੀਆਂ 21 ਹਨ, ਵਡਹੰਸ ਦੀ ਵਾਰ ਦੀਆਂ ਪੌੜੀਆਂ 21 ਹਨ। ਫਿਰ ਸੋਰਠ ਕੀ ਵਾਰ ਹੈ, ਸੋਰਠ ਕੀ ਵਾਰ ਦੀਆਂ ਪੌੜੀਆਂ ਜਿਹੜੀਆਂ 29 ਹਨ। ਬਿਲਾਵਲ ਕੀ ਵਾਰ ਸਤਿਗੁਰਾਂ ਦੀ ਹੈ, 13 ਪੌੜੀਆਂ ਹਨ ਇਸ ਦੀਆਂ। ਸਾਰੰਗ ਕੀ ਵਾਰ ਹੈ ਗੁਰੂ ਰਾਮਦਾਸ ਜੀ ਦੀ, 36 ਪੌੜੀਆਂ ਹਨ ਤੇ ਕਾਨੜੇ ਦੀ ਵਾਰ ਜਿਹੜੀ ਹੈ ਇਹਦੀਆਂ 15 ਪੌੜੀਆਂ ਹਨ। ਕੁੱਲ ਜੋੜ ਇਹਨਾਂ ਪੌੜੀਆਂ ਦਾ ਬਣਦਾ ਹੈ 184। ਸੋ ਉਸ ਤੋਂ ਅੱਗੇ ਜਿਹੜਾ ਹੈ ਜੋ ਸਿਰਲੇਖ ਹੇਠ ਬਾਣੀ ਦਰਜ ਹੈ, ਸਿਰਲੇਖ ਸ੍ਰੀ ਰਾਗ ਦੇ ਵਿੱਚ ਪਹਿਰੇ ਬਾਣੀ ਸਤਿਗੁਰਾਂ ਦੀ ਬੜੀ ਸੁੰਦਰ ਹੈ। ਪਹਿਰੇ ਬਾਣੀ ਦੇ ਇੱਕ ਸ਼ਬਦ ਹੈ ਸਤਿਗੁਰਾਂ ਦਾ, ਗੁਰੂ ਰਾਮਦਾਸ ਜੀ ਦਾ। ਸ੍ਰੀ ਰਾਗ ਦੇ ਵਿੱਚ ਵਣਜਾਰਾ ਬਾਣੀ ਹੈ, ਇੱਕ ਸ਼ਬਦ ਇਹਦੇ ਵਿੱਚ ਸਤਿਗੁਰਾਂ ਦਾ ਦਰਜ ਹੈ। ਗੌੜੀ ਰਾਗ ਦੇ ਵਿੱਚ ਕਰਹਲੇ ਹਨ, ਕਰਹਲੇ
ਇਹਦੇ ਦੋ ਸ਼ਬਦ ਸਤਿਗੁਰਾਂ ਦੇ ਦਰਜ ਹਨ। ਇਹ ਕਰਹਲੇ ਕੀ ਹਨ, ਇਹਨਾਂ ਦੀ ਵਿਚਾਰ ਆਪਾਂ ਅੱਗੇ ਚੱਲ ਕੇ ਕਰਾਂਗੇ। ਵਡਹੰਸ ਰਾਗ ਦੇ ਵਿੱਚ ਸਤਿਗੁਰਾਂ ਦੀਆਂ ਘੋੜੀਆਂ ਦਰਜ ਹਨ। ਇਹ ਘੋੜੀਆਂ ਦੇ ਵਿੱਚ ਦੋ ਸ਼ਬਦ ਸਤਿਗੁਰਾਂ ਦੇ ਦਰਜ ਹਨ। ਫਿਰ ਮਾਰੂ ਦੇ ਵਿੱਚ ਸੋਲ੍ਹੇ ਹਨ, ਦੋ ਸ਼ਬਦ ਜਿਹੜਾ ਹੈ ਉਹ ਸਤਿਗੁਰਾਂ ਦੇ ਇਸ ਸੋਲ੍ਹਿਆਂ ਦੇ ਅੰਦਰ ਦਰਜ ਹੈ। ਤੇ ਕੁੱਲ ਗਿਣਤੀ ਬਣਦੀ ਹੈ 8। ਇਹਨਾਂ ਸਰਲੇਖ ਹੇਠ ਬਾਣੀਆਂ ਦੀ ਗਿਣਤੀ 8 ਬਣਦੀ ਹੈ। ਸ੍ਰੀ ਗੁਰੂ ਰਾਮਦਾਸ ਜੀ ਦੀਆਂ 8 ਵਾਰਾਂ ਦੇ ਵਿੱਚ ਆਏ ਸ਼ਲੋਕਾਂ ਦੀ ਗਿਣਤੀ ਬਣਦੀ ਹੈ 105 ਤੇ ਵਾਰਾਂ ਤੇ ਵਧੇਕ ਦੇ ਵਿੱਚ ਸ਼ਲੋਕਾਂ ਦੀ ਗਿਣਤੀ ਬਣਦੀ ਹੈ 30। ਜਿਹੜੀਆਂ ਵਾਰਾਂ ਹਨ 8, ਉਹਨਾਂ ਦੇ ਵਿੱਚ ਮਹਾਰਾਜ ਦੇ ਜਿਹੜੇ ਸ਼ਲੋਕ ਆਏ ਆ ਉਹਨਾਂ ਦੀ ਗਿਣਤੀ ਬਣਦੀ ਹੈ 105 ਤੇ ਵਾਰਾਂ ਤੇ ਵਧੇਕ ਵਿੱਚ ਜਿਹੜੇ ਸ਼ਲੋਕ ਆਏ ਆ ਉਹਨਾਂ ਦੀ ਗਿਣਤੀ ਬਣਦੀ ਹੈ 30। ਤੇ ਇਸ ਤਰ੍ਹਾਂ ਕੁੱਲ ਗਿਣਤੀ ਬਣਦੀ ਹੈ 135। ਸੋ ਮੈਂ ਇੱਥੇ ਇੱਕ ਗੱਲ ਕਲੀਅਰ ਕਰ ਜਾਵਾਂ ਕਿ ਆਹ ਦੇਖੋ ਪਿਛਲੀ ਸਲਾਈਡ ਦੇ ਵਿੱਚ ਆਪ ਜੀ ਨੇ ਪੜ੍ਹਿਆ ਹੈ, ਜਿੱਥੇ ਅੱਗੇ ਆਉਂਦਾ ਸੀ ਸ਼ਬਦ ਅਸ਼ਟਪਦੀਆਂ ਸ਼ਬਦ, ਪਰ ਇੱਥੇ ਨਾਲ ਇੱਕ ਸ਼ਲੋਕ ਸ਼ਬਦ ਵੀ ਲਿਖਿਆ ਆ ਰਿਹਾ। ਸ਼ਲੋਕ ਇਹ ਜਿਹੜੇ ਉਹ ਸ਼ਲੋਕ ਹਨ ਜਿਹੜੇ ਵਾਰਾਂ ਦੇ ਵਿੱਚ ਨਹੀਂ, ਵਾਰਾਂ ਤੇ ਵਧੇਕ ਦੇ ਵਿੱਚ ਵੀ ਨਹੀਂ ਹੈ, ਤੇ ਜਿਹੜੀਆਂ ਸਤਿਗੁਰਾਂ ਦੀਆਂ 8 ਵਾਰਾਂ ਹਨ ਉਹਨਾਂ ਦੇ ਵਿੱਚ ਵੀ ਨਹੀਂ ਹੈ। ਇਹ ਉਹ ਸ਼ਲੋਕ ਹਨ ਜਿਹੜੇ ਵੱਖਰੇ ਦਰਜ ਹਨ। ਵੱਖਰੇ ਭਾਵ ਰਾਗਾਂ ਦੇ ਵਿੱਚ ਜਿਵੇਂ ਸ਼ਬਦ ਉਚਾਰਨ ਹੁੰਦਾ ਹੈ ਉਹਦੇ ਨਾਲ ਜਿਹੜੇ ਆ ਸ਼ਲੋਕ ਉਹ ਦਰਜ ਹਨ। ਇਹ ਉਹ ਸ਼ਲੋਕ ਹਨ। ਆਓ ਆਪਾਂ ਸਮਾਪਤੀ ਵੱਲ ਵਧੀਏ, ਸਮਾਂ ਹੋ ਚੁੱਕਾ। ਸ਼ਬਦ ਕੁੱਲ ਜੋੜ ਸਤਿਗੁਰਾਂ ਦੀ ਬਾਣੀ ਦਾ ਇਹਨਾਂ ਸ਼ਲੋਕਾਂ ਦਾ ਜਿਹੜਾ ਹੈ ਉਹ ਬਣਦਾ 135। ਸਾਰਾ ਜੋੜ ਜਿਹੜਾ ਇਸ ਪ੍ਰਕਾਰ ਹੈ। ਸ਼ਬਦ ਹਨ ਸਤਿਗੁਰਾਂ ਦੇ 240, ਅਸ਼ਟਪਦੀਆਂ 29, ਛੰਤ 38, ਵਾਰਾਂ ਦੀਆਂ ਪੌੜੀਆਂ 184, ਸ਼ਲੋਕ 135, ਪੈਰੇ 1 ਸ਼ਬਦ, ਵਣਜਾਰਾ 1 ਸ਼ਬਦ, ਕਰਹਲੇ 2 ਸ਼ਬਦ, ਘੋੜੀਆਂ 2 ਸ਼ਬਦ, ਸੋਲੇ ਦੇ ਵਿੱਚ 2 ਸ਼ਬਦ, ਸੋਦਰ ਦੇ 3 ਸ਼ਬਦ ਤੇ ਸੋਹਿਲਾ ਪਹਿਲਾ ਸ਼ਬਦ 1 ਸ਼ਬਦ ਜਿਹੜਾ ਸੋਲੇ ਦੇ ਵਿੱਚ ਹੈ। ਸੋਹਿਲਾ ਰਾਗ ਗੌੜੀ ਜਿਹੜਾ ਆਪਾਂ ਸੋਹਿਲਾ ਪੜ੍ਹਦੇ ਨਾ, ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ ਵਾਲਾ ਸ਼ਬਦ। ਸੋ ਇਹ ਸਾਰੇ ਮਿਲਾ ਕੇ ਕੁੱਲ ਸਤਿਗੁਰਾਂ ਦੇ ਜਿਹੜਾ ਜੋੜ ਹੈ ਬਾਣੀ ਦਾ ਉਹ 638 ਬਣਦਾ ਹੈ। ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਦਾ ਕੁੱਲ ਜੋੜ 638 ਬਣਦਾ ਹੈ। ਸੋ ਧੰਨ ਗੁਰੂ ਰਾਮਦਾਸ ਜੀ ਤੱਕ ਆਪਾਂ ਅੱਜ ਵਿਚਾਰ ਕੀਤੀ ਹੈ। ਕਿਵੇਂ ਸਤਿਗੁਰਾਂ ਦੀ ਕਿੰਨੀ ਬਾਣੀ ਹੈ ਉਹ ਆਪ ਜੀ ਨੇ ਸਰਵਣ ਕੀਤੀ ਹੈ। ਸੋ ਜਿਹੜੀ ਰਹਿੰਦੀ ਵਿਚਾਰ ਹੈ ਆਪਾਂ ਕੱਲ ਨੂੰ ਸ਼ੁਰੂ ਕਰਾਂਗੇ। ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਹੁਣ ਜੇ ਆਪ ਜੀ ਨੇ ਕੋਈ ਮੇਰੇ ਕੋਲ ਮਿਸ ਰਹਿ ਗਿਆ ਹੋਵੇ, ਕੋਈ ਭੁੱਲ ਗਿਆ ਹੋਵਾਂ, ਤੇ ਆਪ ਜੀ ਮੈਨੂੰ ਦੱਸ ਸਕਦੇ ਹੋ, ਜਾਂ ਆਪ ਜੀ ਨੇ ਕੁਝ ਪੁੱਛਣਾ ਹੋਵੇ ਤੇ ਆਪਣਾ ਮਾਈਕ ਔਨ ਕਰਕੇ ਪੁੱਛ ਸਕਦੇ ਹੋ। ਹਾਂਜੀ ਵਾਹਿਗੁਰੂ। ਵਾਹਿਗੁਰੂ। ਠੀਕ ਹੈ ਸਾਧ ਸੰਗਤ ਜੀ, ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਆਪ ਜੀ ਨੇ ਜੁੜ ਕੇ ਲਾਹਾ ਲੈਂਦੇ ਰਹਿਣਾ। ਸਤਿਗੁਰੂ ਕਿਰਪਾ ਕਰਨ ਸਿੱਖੀ ਦੀ ਦਾਤ ਸਤਿਗੁਰਾਂ ਨੂੰ ਪ੍ਰਾਪਤ ਹੋਵੇ। ਸੋ ਆਓ ਫਤਿਹ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।